ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਨਾਲ ਅਸੀਂ ਸਾਰੇ ਇਕੱਠੇ ਹੋਏ ਹਾਂ। ਗੁਰੂ ਦੀਆਂ ਕਥਾ ਕਹਾਣੀਆਂ ਆਪਸ ਵਿੱਚ ਸਾਂਝੀਆਂ ਕਰਨ ਲਈ, ਸੁਣਨ ਲਈ, ਵਿਚਾਰਨ ਲਈ ਔਰ ਅਮਲੀ ਤੌਰ 'ਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ, ਗੁਰੂ ਦੀ ਸਿੱਖਿਆ ਨੂੰ ਲੈਣ ਲਈ ਅਸੀਂ ਇਕੱਤਰ ਹੁੰਦੇ ਹਾਂ। ਹਰ ਸੋਮਵਾਰ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ। ਜਿਹੜੇ ਸਵਾਲ ਆਪ ਜੀ ਵੱਲੋਂ ਭੇਜੇ ਜਾਂਦੇ ਹਨ, ਪੈਨਲ ਮੈਂਬਰਸ ਉਹਨਾਂ ਸਵਾਲਾਂ ਨੂੰ ਸਨਿਚਰਵਾਰ ਬੈਠ ਕੇ ਵਿਚਾਰਦੇ ਹਨ। ਉਹਨਾਂ ਦੇ ਜਵਾਬ ਤਿਆਰ ਕੀਤੇ ਜਾਂਦੇ ਹਨ ਔਰ ਉਹ ਜਵਾਬ ਸੋਮਵਾਰ ਆਪ ਜੀ ਨਾਲ ਪੈਨਲ ਮੈਂਬਰ ਸਾਂਝੇ ਕਰਦੇ ਹਨ। ਸਾਰੇ ਜੋ ਜਵਾਬ ਹਨ ਉਹਨਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਿੱਖ ਰਹਿਤ ਮਰਿਆਦਾ ਔਰ ਬਹੁਤ ਸਾਰੇ ਵਿਦਵਾਨ ਜਿਨ੍ਹਾਂ ਨੇ ਸਿਧਾਂਤਕ ਲਿਖਣੀ ਲਿਖੀ ਹੈ, ਉਹਨਾਂ ਤੋਂ ਸੇਧ ਲੈ ਕੇ ਇਹ ਜਵਾਬ ਤਿਆਰ ਕੀਤੇ ਜਾਂਦੇ ਹਨ। ਇਸ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਸੇਵਾ ਵੀਰ ਰਾਜਾ ਸਿੰਘ ਜੀ ਨਿਭਾ ਰਹੇ ਹਨ। ਤਾਂ ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵੀ ਹੈ, ਸਵਾਗਤ ਵੀ ਹੈ ਜੀ। ਤੋ ਆਓ ਆਪਾਂ ਅੱਜ ਦਾ ਜੋ ਸੈਸ਼ਨ ਹੈ ਸਵਾਲ ਜਵਾਬ ਵਾਲਾ, ਆਪ ਜੀ ਵੱਲੋਂ ਭੇਜੇ ਸਵਾਲ ਉਹਨਾਂ ਦੇ ਪੈਨਲ ਮੈਂਬਰ ਨੇ ਆਪਸ 'ਚ ਵਿਚਾਰ ਕਰਕੇ ਜਿਸ ਤਰ੍ਹਾਂ ਸਤਿਗੁਰੂ ਦੀ ਬਖਸ਼ਿਸ਼ ਹੋਈ ਆਪ ਜੀ ਨਾਲ ਇੱਕ ਇੱਕ ਸਵਾਲ ਕਰਕੇ ਸਾਂਝਾ ਕਰਾਂਗੇ ਜੀ। ਤੋ ਸਵਾਲ ਵੱਖ-ਵੱਖ ਵਿਸ਼ਿਆਂ ਤੇ ਨੇ। ਕੁਝ ਸਵਾਲ ਜਿਹੜੇ ਨੇ ਪਿਛਲੀ ਵਾਰੀ ਪੈਂਡਿੰਗ ਰਹਿ ਗਏ ਸਨ, ਤੋ ਕੋਸ਼ਿਸ਼ ਹੈ ਕਿ ਪਹਿਲੇ ਉਹਨਾਂ ਨੂੰ ਲੈ ਲੈਂਦੇ ਹਾਂ। ਤੋ ਉਸ ਤੋਂ ਪਹਿਲਾਂ ਮੈਂ ਜਿਹੜੇ ਪੈਨਲ ਮੈਂਬਰਸ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸੰਗਤ ਨਾਲ ਫਤਿਹ ਸਾਂਝੀ ਕਰ ਲੈਣ ਜੀ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮਨਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਆਏ ਨੇ ਪ੍ਰਿੰਸੀਪਲ ਸਾਹਿਬ? ਨਜ਼ਰ ਤੇ ਨਹੀਂ ਆ ਰਹੇ। ਅੱਛਾ ਜੀ। ਸਰਦਾਰ ਕਿੱਕਰ ਸਿੰਘ ਜੀ। ਹਾਂਜੀ, ਕਿੱਕਰ ਸਿੰਘ ਜੀ ਹੈਗੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਸਰਦਾਰ ਤਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ। ਤਜਿੰਦਰ ਸਿੰਘ ਜੀ ਅਨਮਿਊਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਵੀਰ ਹਰਜੀਤ ਸਿੰਘ ਜੀ ਨੇ ਪਹਿਲੇ ਸੰਗਤ ਨਾਲ ਫਤਿਹ ਸਾਂਝੀ ਕੀਤੀ ਹੈ ਜੀ। ਤੋ ਭੈਣ ਮਨਿੰਦਰ ਕੌਰ ਜੀ ਵੀ ਆਏ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸੰਗਤ ਨਾਲ ਫਤਿਹ ਸਾਂਝੀ ਕਰ ਲਓ। ਮਨਿੰਦਰ ਕੌਰ ਜੀ ਦੋ ਨੇ। ਚਲੋ ਆਪਾਂ ਸਵਾਲਾਂ ਵੱਲ ਚੱਲਦੇ ਹਾਂ ਜੀ। ਤੋ ਇੱਕ ਸਵਾਲ ਜਿਹੜਾ ਪਿਛਲੇ ਹਫਤੇ ਵੀ ਸਾਡੇ ਕੋਲ ਰਹਿ ਗਿਆ ਸੀਗਾ, ਉਹ ਹੈ ਜੀ, ਕਈ ਵਾਰੀ ਗੁਰਬਾਣੀ ਦੇ ਕਈ ਸ਼ਬਦ ਨੇ ਜਿਨ੍ਹਾਂ ਦੇ ਸ਼ਬਦ ਜੋੜ ਸਾਨੂੰ ਕਈ ਵਾਰੀ ਮੁਗਾਲਤਾ ਲੱਗਦਾ ਹੈ, ਜਾਂ ਕਈ ਵਾਰੀ ਕਿਹੋ ਜਿਹੀ ਗੱਲ ਹੋ ਜਾਂਦੀ, ਕਿਉਂਕਿ ਸ਼ਬਦ ਜਿਹੜੇ ਨੇ ਪਹਿਲੇ ਲੜੀਵਾਰ ਸਰੂਪ ਹੁੰਦੇ ਸਨ, ਉਹ ਫਿਰ ਪਦਛੇਦ ਸਰੂਪ ਬਣ ਗਏ। ਕਈ ਵਾਰੀ ਉਹ ਵੀ ਫਰਕ ਪੈ ਜਾਂਦਾ ਹੈ। ਕਈ ਵਾਰੀ ਪ੍ਰਿੰਟਿੰਗ ਵਿੱਚ ਵੀ ਕੋਈ ਐਸੀ ਗੱਲ ਆ ਸਕਦੀ ਹੈ, ਪਰ
ਫਿਰ ਵੀ ਜਿਹੜੇ ਜਿੰਨਾ ਚਿਰ ਕਲੀਅਰ ਨਾ ਹੋਵੇ ਤੇ ਕਈ ਵਾਰੀ ਅੱਖਰਾਂ ਦੇ ਉਹਨਾਂ ਸ਼ਬਦਾਂ ਦੇ ਅਰਥਾਂ 'ਚ ਵੀ ਫਰਕ ਪੈ ਸਕਦਾ। ਤੋ ਸਹੀ ਸ਼ਬਦ ਪਤਾ ਕਰਨੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਜਿਹੜਾ ਸਾਡੇ ਕੋਲ ਸਵਾਲ ਆਇਆ, ਤੋ ਇੱਕ ਗੁਰਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1324 ਤੇ ਤੁਕ ਹੈ ਜੀ, ਪਰਸ ਨਿਪਰਸ ਭੇ ਸਾਧੂ ਜਨ ਜਪ ਹਰ ਭਗਵਾਨ ਦਿਖੀਜੈ। ਤੋ ਸਵਾਲ ਕਰਨ ਵਾਲੇ ਨੇ ਪੁੱਛਿਆ ਵੀ ਇਹਨੂੰ ਪਰਸਨ ਪਰਸ ਪੜ੍ਹਨਾ ਕਿ ਪਰਸ ਨਿਪਰਸ ਪੜ੍ਹਨਾ, ਭਾਵ ਨੰਨਾ ਪਹਿਲੇ ਪਰਸ ਨਾਲ ਲਾਣਾ ਕਿ ਦੂਜੇ ਨਾਲ ਲਾਣਾ, ਪਰਸ ਦੇ ਪਰਸ ਹੈ ਜਾਂ ਪਰਸਨ ਪਰਸ ਹੈ। ਤੇ ਮੈਂ ਬੇਨਤੀ ਕਰਾਂਗਾ ਵੀਰ ਤਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਸ ਸਵਾਲ ਤੇ ਸਾਨੂੰ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਵਾਲ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੂਲ ਜਿਹੜਾ ਪਾਠ ਹੈ ਉਸ ਦੇ ਅਸੀਂ ਦਰਸ਼ਨ ਕਰਦੇ ਹਾਂ ਤਾਂ ਜੋ ਕਿ ਜਿਹੜੇ 4 ਭਾਗਾਂ ਦੇ ਵਿੱਚ ਸ਼ਬਦਾਰਥ ਹੈ, ਤਾਂ ਉਹ ਮੂਲ ਪਾਠ ਦੇ ਵਿੱਚ ਜਿਹੜਾ ਦਰਸ਼ਨ ਮਿਲਦੇ ਹਨ ਸਾਨੂੰ ਇਸ ਸ਼ਬਦ ਦੇ 1324 ਅੰਕ ਤੇ ਉਹ ਹਨ ਪਰਸਨ ਪਰਸ ਭਏ ਸਾਧੂ ਜਨ ਜਨ ਹਰ ਭਗਵਾਨ ਦਿਖੀਜੈ। तो ये जो ओरिजिनल वर्ड है वो पर्सन है, जो नन्ना दे नाल चारी है वो पढ़ के असी पहला बोलनी है। तो ये तुक हो गई पर्सन परस भए साधु जन हर भगवान दिखीजे। तो जड़ा पर्सन जड़ा लफ्ज है इसके असी अर्थ देखिए तो वो है कि खुश हो करके शो करके। ਤੇ ਜਦੋਂ ਇਹ ਤੇ ਭਾਈ ਕਾਨ ਸਿੰਘ ਨਾਭਾ ਜੀ ਨੇ ਜਿਹੜੇ ਅਰਥ ਦਿੱਤੇ ਹਨ ਉਹ ਵੀ ਇਹੀ ਹਨ ਕਿ ਪ੍ਰਸੰਨਤਾ ਨਾਲ ਰੀਝ ਕੇ ਪਰਸਨ ਪਰਸ ਭਏ ਸਾਧੂ ਜਨ ਜਨ ਹਰ ਭਗਵਾਨ ਦਿਖੀਜੇ, ਕਿ ਪ੍ਰਸੰਨਤਾ ਨਾਲ ਸਾਧੂ ਜਨ ਭੇਟੇ ਮਾਨੋ ਕਰਤਾਰ ਦਾ ਦਰਸ਼ਨ ਹੋ ਗਿਆ। ਤੋ ਇਸ ਨੂੰ ਅਸੀਂ ਇਸ ਤਰ੍ਹਾਂ ਹੀ ਸਮਝਦੇ ਹਾਂ ਕਿ ਜਿਹੜਾ ਦੂਸਰਾ ਲਫ਼ਜ਼ ਜਿਹੜਾ ਪਰਸ ਹੈ, ਤੋ ਪਰਸ ਦਾ ਮਤਲਬ ਹੈ ਕਿ ਪਾਰਸ, ਉਸ ਦੇ ਅਰਥ ਹਨ। एक गुरबाणी के अंदर पंक्ति भी आती है, श्री राग महला तीजा 37 अंक के उत्ते श्री गुरु ग्रंथ साहब दे पारस परस है पारस होए ज्योति जोत समाए। भाव गुरु पारस नूं मिलिया पारस ही हो जाईदा है। गुरु की सहायता नाल परमात्मा की जोत विच मनुख की जोत मिल जाती है। तो इस तरह के ही जड़े हैं वो जड़े अर्थ हैं वो पारस परस 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 पहला जो है पारस असे औंकड़ है तो ਉਹਦੇ अर्थ हैं गुरु। परस ਜਿਹੜੇ दूसरे हैं उसका मतलब है परसन योग गुरु ਨੂੰ परस के स्पर्श करके ਤੇ ਉਸ ਦੇ स्पर्श ਕਰਨ ਨਾਲ गुरु गुरु कहा है। तो पारस गुरु ਨੂੰ ਤੇ परसन योग गुरु ਨੂੰ ਛੋ ਕੇ ਆਪ गुरु ਤੋਂ गुरु ਅਖਵਾਏ। ਤੇ ਜੇ ਸਈਏ ਮਹੱਲੇ 5ਵੇਂ ਕੇ ਪਟ ਮਥਰਾ ਭੱਟ ਜੀ ਨੇ 1408 ਅੰਕ ਤੇ ਲਿਖਿਆ ਉਹਦੇ ਇਹਦੇ ਅਰਥ ਜਿਹੜੇ ਹਨ ਮਿਲਦੇ ਹਨ। ਤੋ ਜਿਹੜੇ ਅਰਥ ਸਾਨੂੰ ਡਾਕਟਰ ਸਾਹਿਬ ਸਿੰਘ ਹੋਰਾਂ ਨੇ ਲਿਖ ਕੇ ਦਿੱਤੇ ਹਨ ਉਹ ਵੀ ਭਾਵੇਂ ਮੂਲ ਪਾਠ ਜਿਹੜਾ ਹੈ ਉਹ ਉਹਨਾਂ ਨੇ ਪਰਸ ਨਿਪਰਸ ਲਿਖਿਆ ਹੈ, ਪਰ ਅਰਥ ਜਿਹੜੇ ਕੀਤੇ ਹਨ ਉਹਨਾਂ ਨੇ ਪਰਸਨ ਕੀਤੇ ਹਨ। ਸੱਸਾ ਪੱਪਾ ਰਰਾ ਸੱਸਾ ਨੰਨੇ ਨੂੰ ਸਿਆਰੀ ਹਰੀ ਨਾਮ ਦੀ ਛੋ ਨਾਲ ਪਰਸ ਦੂਸਰਾ ਪਰਸ ਦੇ ਅਰਥ ਕੀਤੇ ਨੇ ਪਾਰਸ। ਜਨ ਮੈਨੇ ਜਾਨੋ ਮਾਨੋ ਐਸੇ ਦਿਖੀਜੇ ਉਹਨਾਂ ਨੂੰ ਦਿਸ ਪਿਆ ਹੈ। ਤੇ ਪਰਮਾਤਮਾ ਦੇ ਨਾਮ ਦੀ ਛੋਹ ਨਾਲ ਉਹ ਮਨੁੱਖ ਸਾਧੂ ਬਣੇ ਹਨ, ਉਹਨਾਂ ਨੂੰ ਮਾਨੋ ਹਰ ਥਾਂ ਭਗਵਾਨ ਦਿਸ ਪਿਆ ਹੈ। ਤੋ ਅਸੀਂ ਇਸ ਨਿਰਣੇ ਤੇ ਪਹੁੰਚਦੇ ਹਾਂ ਕਿ ਜਿਹੜਾ ਮੂਲ ਪਾਠ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਪਰਸ ਹੈ, ਪਰਸ ਨੇ ਪਰਸ ਨਹੀਂ ਹੈ। ਤੋ ਇਹ ਇਸ ਵਕਤ ਇਹ ਜਿਹੜਾ ਹੈ ਭਾਵੇਂ ਐਪ ਬਣਨ ਦੇ ਟਾਈਮ ਦੇ ਉੱਪਰ ਜਾਂ ਪਾਤਸ਼ਾਹ ਦੇ ਟਾਈਮ ਦੇ ਉੱਪਰ ਇਹ ਜਿਹੜਾ ਵਕੇਵਾ ਆ ਗਿਆ ਹੈ। ਤੋ ਇਹ ਸਾਨੂੰ ਜਿਹੜਾ ਪਾਠ ਕਰਨਾ ਹੈ ਤੋ ਪਰਸਨ ਪਰਸ ਭਏ ਸਾਧੂ ਜਨ ਇਸ ਤਰ੍ਹਾਂ ਕਰਨਾ ਹੈ। ਆਸ ਹੈ ਜਿਹਨਾਂ ਸਵਾਲ ਕੀਤਾ ਹੈ ਉਹਨਾਂ ਨੂੰ ਇਹਦਾ ਜਵਾਬ ਮਿਲ ਗਿਆ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद जी वीर तेजिंदर सिंह जी। आप जी ने बहुत ही भरपूर जानकारी इस उच्चारण के बारे सानू दी है। बहुत सारे शब्द जोड़ों का भिन्न सानू देखने को मिलता है, क्योंकि जदों
ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀਆਂ ਬੀੜਾਂ ਦੇ ਦਰਸ਼ਨ ਕਰਦੇ ਹਾਂ, ਜੁੜੇ ਹੋਏ ਜਿਨ੍ਹਾਂ ਨੂੰ ਅਸੀਂ ਖਰੇ ਅਸੀਂ ਕਹਿੰਦੇ ਹਾਂ। ਉਦੋਂ ਜਦੋਂ ਪਾਠ ਜਿਹੜਾ ਅਸੀਂ ਕੀਤਾ, ਪੁਰਾਣੇ ਜਿਹੜੇ ਸਾਡੇ ਵੱਡੇ ਸਨ ਪਾਠ ਕਰਨ ਵਾਲੇ, ਉਹਨਾਂ ਬੀੜਾਂ ਤੋਂ ਹੀ ਪਾਠ ਕਰਦੇ ਸੀ। ਇੱਥੇ ਇੱਕ ਜਗ੍ਹਾ ਹੀ ਨਹੀਂ, ਬਹੁਤ ਜਗ੍ਹਾ ਦੇ ਉੱਤੇ ਹੀ ਇਹ ਭਿੰਨ ਜਿਹੜੇ ਸਾਨੂੰ ਮਿਲਦੇ ਹਨ ਦੇਖਣ ਨੂੰ। ਪਰ ਜੋ ਅਰਥਾਂ ਮੁਤਾਬਕ, ਨਿਯਮ ਮੁਤਾਬਕ ਅਰਥ ਬਣਦੇ ਹਨ, ਉਹ ਵੀਰ ਤੇਜਿੰਦਰ ਸਿੰਘ ਜੀ ਆਪ ਜੀ ਨੇ ਸਾਂਝੇ ਕੀਤੇ ਹਨ। ਬਹੁਤ ਬਹੁਤ ਧੰਨਵਾਦ। ਅਗਲਾ ਸਵਾਲ ਜੋ ਅਸੀਂ ਲੈ ਰਹੇ ਹਾਂ ਇਹ ਪੰਜਾਂ ਪਿਆਰਿਆਂ ਦੇ ਸੰਬੰਧ ਵਿੱਚ ਹੈ ਕਿ ਪੰਜ ਪਿਆਰੇ ਪੰਜਾਬ ਤੋਂ ਬਾਹਰ 4 ਸਟੇਟ, 4 ਦੂਜੇ ਰਾਜਾਂ ਵਿੱਚੋਂ ਸਨ। ਉਹਨਾਂ ਰਾਜਾਂ ਵਿੱਚ ਸਿੱਖੀ ਨਾ ਫੈਲਣ ਦਾ ਕੀ ਕਾਰਨ ਹੈ, ਜਾਂ ਸਿੱਖੀ ਉਨੀ ਤੇਜ਼ੀ ਨਾਲ ਨਹੀਂ ਫੈਲੀ ਜਿੰਨੀ ਤੇਜ਼ੀ ਨਾਲ ਫੈਲਣੀ ਚਾਹੀਦੀ ਸੀ? ਇਹਦੇ ਕੀ ਕਾਰਨ ਹਨ? ਇਹ ਵੀ ਜਵਾਬ ਵੀਰ ਪ੍ਰਭ ਕੀਰਤਨ ਸਿੰਘ ਜੀ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸਵਾਲ ਦਾ ਜਵਾਬ ਦੇਣ ਵੀਰ ਪ੍ਰਭ ਕੀਰਤਨ ਸਿੰਘ ਜੀ। ਹਾਂਜੀ ਵੀਰ ਜੀ, ਉਹ ਜਦੋਂ ਅਸੀਂ ਆਪਣੇ ਇਤਿਹਾਸ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਇੱਕ ਸਬਕ ਜੋ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਸ਼ੁਰੂ ਤੋਂ ਹੀ ਸਿਖਾਇਆ ਸੀ, ਉਹ ਇਹ ਸੀ ਕਿ ਅਕਾਲ ਪੁਰਖ ਦਾ ਜੋ ਸੁਨੇਹਾ ਸਿੱਖੀ ਦਾ ਹੈ, ਇਹਨੂੰ ਲੋਕਾਈ ਦੇ ਵਿੱਚ ਵੰਡਣ ਦੇ ਵਾਸਤੇ ਸਾਨੂੰ ਉੱਦਮ ਕਰਨਾ ਚਾਹੀਦਾ ਹੈ। ਉਹਨਾਂ ਨੇ ਆਪ ਬਹੁਤ ਲੰਬੇ ਉਦਾਸੀਆਂ ਕੀਤੀਆਂ ਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਦੀ ਗਿਣਤੀ ਤਕਰੀਬਨ 3 ਕਰੋੜ ਤੱਕ ਹੋ ਚੁੱਕੀ ਸੀ, ਔਰ ਸਾਡੀ ਅੱਜ ਵੀ ਗਿਣਤੀ ਇਹੀ ਹੈ। ਇਹ ਸਾਡੇ ਵਾਸਤੇ ਵਿਚਾਰਨ ਦਾ ਵਿਸ਼ਾ ਹੈ। ਅੱਜ ਆਪਾਂ ਥੋੜਾ ਜਿਹਾ ਇਹ ਵੀਰ ਜੀ ਨੇ ਜੋ ਪ੍ਰਸ਼ਨ ਪੁੱਛਿਆ ਹੈ, ਇਹਦੇ ਜਵਾਬ ਦੇ ਵਿੱਚ ਨਾਲ ਨਾਲ ਆਪਾਂ ਇਹ ਵੀ ਵਿਚਾਰ ਕਰਨ ਦੀ ਆਪਣੇ ਮਨ ਦੇ ਵਿੱਚ ਸਾਨੂੰ ਲੋੜ ਹੈ। ਇਹ ਟ੍ਰੈਡੀਸ਼ਨ ਜੋ ਜੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੀ, ਇਹ ਉਸ ਤੋਂ ਬਾਅਦ ਗੁਰੂ ਸਾਹਿਬਾਨ ਨੇ ਵੀ ਮੌਕੇ ਦੇ ਉੱਤੇ ਇਹ ਨਿਭਾਈ। 6ਵੇਂ ਪਾਤਸ਼ਾਹ ਨੇ ਦੌਰੇ ਕੀਤੇ, ਕਸ਼ਮੀਰ ਦਾ ਕੀਤਾ, ਇਧਰ ਯੂਪੀ ਉੱਤਰਾਖੰਡ ਦੇ ਵਿੱਚ ਨਾਨਕ ਮਤੇ ਦਾ ਕੀਤਾ, ਤੇ ਰਸਤੇ 'ਚ ਬਹੁਤ ਸਾਰੀਆਂ ਥਾਵਾਂ ਤੇ ਪ੍ਰਚਾਰ ਕੀਤਾ। ਇਸੇ ਤਰ੍ਹਾਂ 8ਵੇਂ ਪਾਤਸ਼ਾਹ ਨੇ ਦਿੱਲੀ ਦਾ ਦੌਰਾ ਕੀਤਾ। 9ਵੇਂ ਪਾਤਸ਼ਾਹ ਤੇ ਦਸ਼ਮੇਸ਼ ਪਿਤਾ ਨੇ ਤਾਂ ਜਿਹੜੇ ਦੌਰੇ ਕੀਤੇ ਉਹ ਬਹੁਤ ਲੰਬੇ ਸਨ। 9ਵੇਂ ਪਾਤਸ਼ਾਹ ਨੇ ਪੂਰਬ ਦੇ ਵਿੱਚ 2-3 ਵਾਰੀ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਦਸ਼ਮੇਸ਼ ਪਿਤਾ ਪੂਰਬ ਦੇ ਵਿੱਚ ਵੀ ਰਹੇ, ਪੰਜਾਬ ਦੇ ਵਿੱਚ ਵੀ ਵਿਚਰੇ, ਬਹੁਤ ਸਾਰੇ ਇਲਾਕੇ ਦੇ ਵਿੱਚ ਵਿਚਰੇ, ਅਤੇ ਫਿਰ ਉਸ ਤੋਂ ਇਲਾਵਾ ਦੱਖਣ ਦੇ ਵਿੱਚ ਨੰਦੇੜ ਤੱਕ ਉਹਨਾਂ ਨੇ ਦੌਰੇ ਕੀਤੇ ਤੇ ਉੱਥੇ ਹੀ ਜੋਤੀ ਜੋਤ ਸਮਾਏ। ਸੋ ਇਹ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਸਾਨੂੰ ਪ੍ਰੈਕਟੀਕਲੀ ਇਹ ਸਬਕ ਸਿਖਾਇਆ ਸੀ। ਦੂਜਾ ਜੋ ਰਸਤਾ ਸੀ ਸਿੱਖੀ ਪ੍ਰਚਾਰ ਦਾ, ਉਹ 3 ਪਾਤਸ਼ਾਹ ਨੇ 4ਥੇ ਪਾਤਸ਼ਾਹ ਦੇ ਸਮੇਂ ਦੇ ਉੱਤੇ ਮੰਜੀਦਾਰਾਂ ਤੇ ਮਸੰਦਾਂ ਦੇ ਰਾਹੀਂ ਪ੍ਰਚਾਰ ਦੂਰ ਦੂਰ ਲੰਬੇ ਸਮੇਂ ਤੱਕ ਜਾ ਕੇ ਉਹਨਾਂ ਨੇ ਨਿਵਾਸ ਕਰਕੇ ਉੱਥੋਂ ਦੇ ਇਲਾਕਿਆਂ ਦੇ ਵਿੱਚ ਰਹਿ ਕੇ ਪ੍ਰੈਕਟੀਕਲ ਜੀਵਨ ਆਪਣਾ ਜਿਹੜਾ ਸੀ ਉਹਦੇ ਰਾਹੀਂ ਤੇ ਗੁਰੂ ਦੀ ਬਾਣੀ ਦਾ ਸਿਧਾਂਤਾਂ ਦਾ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਗੁਰੂ ਕਾਲ ਦੇ ਵਿੱਚ ਸਾਨੂੰ ਕੁਝ ਇੰਸਟੈਂਸਸ ਜਿਹੜੇ ਹਨ ਟੂਕ ਮਾਤਰ ਮਿਲਦੇ ਹਨ, ਸਾਰੇ ਰਿਕਾਰਡ ਨਹੀਂ ਹੋਏ ਹੋ ਸਕਦੇ। ਤਾਂ ਇਹ ਵੀ ਸਿਸਟਮ ਜਿਹੜਾ ਨਾਲੋਂ ਨਾਲ ਚੱਲ ਰਿਹਾ ਸੀ ਕਿ ਉਹਨਾਂ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਜਿਵੇਂ 2 ਥਾਵਾਂ ਦਾ ਉਹਨਾਂ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ। ਬਨਾਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਉਹਨਾਂ ਦੀ ਕਾਬਲ ਫੇਰੀ ਦਾ ਵੀ ਜ਼ਿਕਰ ਕਈ ਇਤਿਹਾਸਕ ਸਰੋਤਾਂ ਦੇ ਵਿੱਚ ਸਾਨੂੰ ਮਿਲਦਾ ਹੈ। ਤਾਂ ਗੁਰਸਿੱਖ ਵੀ ਦੂਰ ਦੂਰ ਜਾ ਕੇ ਪ੍ਰਚਾਰ ਕਰਦੇ ਰਹੇ। ਇਹ ਸਿਸਟਮ ਜਿਹੜਾ ਚੱਲ ਰਿਹਾ ਸੀ ਪ੍ਰਚਾਰ ਦਾ, ਉਹ 18ਵੀਂ ਸਦੀ ਦੇ ਵਿੱਚ ਜਦੋਂ ਵਿਖੜਾ ਸਮਾਂ ਆਇਆ ਉਦੋਂ ਟੁੱਟ ਗਿਆ। ਅਸੀਂ ਪ੍ਰਚਾਰ ਦਾ ਕੰਮ ਜਿਹੜਾ ਸੀ ਉਹ ਨਿਰਮਲਿਆਂ ਤੇ ਉਦਾਸੀਆਂ ਦੇ ਹੱਥ ਤੇ ਸੌਂਪ ਦਿੱਤਾ ਤੇ ਆਪ ਸੁਰਖਰੂ ਹੋ ਕੇ ਬਹਿ ਗਏ। ਇਹਦੇ ਕਈ ਚੰਗੇ ਨਤੀਜੇ ਵੀ ਨਿਕਲੇ, ਪਰ ਲੌਂਗ ਟਰਮ ਦੇ ਵਿੱਚ ਇਹਦੇ ਕਾਫੀ ਮਾੜੇ ਨਤੀਜੇ ਸਾਡੇ ਸਾਹਮਣੇ ਆਏ। ਤੋ ਸਾਨੂੰ ਸਿੰਘ ਸਭਾ ਦਾ ਇਤਿਹਾਸ ਸਾਰਿਆਂ ਨੂੰ ਪਤਾ ਹੈ, ਜਿੱਥੇ ਜਾ ਕੇ ਇਹਦਾ ਅੰਤ ਹੋਇਆ। ਤੋ ਉਸ 18ਵੀਂ ਸਦੀ ਤੋਂ ਬਾਅਦ ਜਦੋਂ ਰਾਜ ਭਾਗ ਹੱਥ ਆਇਆ ਤੇ ਉਦੋਂ ਵੀ ਅਸੀਂ ਉਸੇ ਸਿਸਟਮ ਨੂੰ ਹੀ ਚੱਲਦਾ ਰਹਿਣ ਦਿੱਤਾ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਾ ਕੀਤਾ, ਅਵੇਸਲੇ ਰਹੇ। ਰਾਜ ਭਾਗ ਗਵਾਉਣ ਤੋਂ ਬਾਅਦ ਵੀ ਸਾਨੂੰ ਇਹ ਸਮਝ ਨਹੀਂ ਆਈ ਕਿ ਅਸੀਂ ਰਾਜ ਭਾਗ ਵੀ ਇਸ ਲਈ ਗਵਾਇਆ ਕਿ ਅਸੀਂ ਸਿੱਖੀ ਸਿਧਾਂਤਾਂ ਤੇ ਦ੍ਰਿੜਤਾ ਘਟਾ ਦਿੱਤੀ ਹੈ, ਪਹਿਰਾ ਨਹੀਂ ਦਿੱਤਾ। ਪਰ ਸਾਨੂੰ ਇਹ ਸਮਝ ਨਹੀਂ ਆਈ ਕਿ ਸਾਨੂੰ ਇਹਦੇ ਬਾਰੇ ਕੋਈ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ। ਤੇ ਕਾਫੀ ਸਮਾਂ ਲੱਗ ਗਿਆ ਕਿ ਸਿੰਘ ਸਭਾ ਲਹਿਰ ਨੇ ਫਿਰ ਜਨਮ ਲਿਆ। ਪਰ ਸਿੰਘ ਸਭਾ ਲਹਿਰ ਇਤਿਹਾਸਕ ਕਾਰਨਾਂ ਕਰਕੇ ਪੰਜਾਬ ਤੱਕ ਹੀ ਮੁੱਖ ਤੌਰ ਤੇ ਸੀਮਤ ਰਹੀ। ਇਸ ਤੋਂ ਬਾਅਦ ਇਹਦਾ ਪ੍ਰਭਾਵ ਪੈ ਸਕਦਾ ਇਸ ਤੋਂ ਪਹਿਲਾਂ
ਅਸੀਂ ਸ਼੍ਰੋਮਣੀ ਕਮੇਟੀ ਬਣਾ ਲਈ ਤੇ ਉਸ ਤੋਂ ਬਾਅਦ ਇੱਕ ਨਵਾਂ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਹੋ ਗਿਆ। ਤੇ ਸਿੱਖੀ ਕਿੰਨੀ ਕੁ ਫੈਲੀ ਹੋਈ ਸੀ ਇਤਿਹਾਸ ਦੇ ਵਿੱਚ ਸਾਨੂੰ ਇਹਦਾ ਜ਼ਿਕਰ ਕਈ ਇੰਸਟੈਂਸਿਸ ਤੋਂ ਪਤਾ ਲੱਗਦਾ ਹੈ। ਬਹੁਤ ਦੂਰ ਦੂਰ ਤੱਕ ਸਿੱਖੀ ਫੈਲੀ ਹੋਈ ਸੀ, ਸਿਰਫ ਉਹਨਾਂ ਸਟੇਟਸ ਦੀ ਨਹੀਂ ਜਿਨ੍ਹਾਂ ਦੇ ਵਿੱਚੋਂ 5 ਪਿਆਰੇ ਆਏ ਸਨ। ਪਿਪਲੀ ਸਾਹਿਬ ਅੰਮ੍ਰਿਤਸਰ ਦਾ ਗੁਰਦੁਆਰਾ ਜੋ ਹੈ ਉਹ ਕਾਬਲ ਪਿਸ਼ਾਵਰ ਦੀ ਸੰਗਤ ਦਾ ਆਖਰੀ ਪੜਾਅ ਹੁੰਦਾ ਸੀ। ਇਸੇ ਤਰ੍ਹਾਂ ਹੀ ਸਾਨੂੰ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਦਿਲਬਾਗ ਗੁਲਬਾਗ ਦੇ ਘੋੜੇ ਜਿਹੜੇ ਨੇ ਉਹ ਕਾਬਲ ਦੀ ਸੰਗਤ ਵੱਲੋਂ ਭੇਟਾ ਲਈ ਲਿਆਂਦੇ ਗਏ ਸਨ। ਦਸਮ ਪਾਤਸ਼ਾਹ ਦੇ ਵੇਲੇ ਪ੍ਰਸਾਦੀ ਹਾਥੀ ਅਸਾਮ ਦੇ ਅਹੋਮ ਰਾਜੇ ਵੱਲੋਂ ਭੇਟਾ ਕੀਤਾ ਗਿਆ ਸੀ, ਕਿਉਂਕਿ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਚੁੱਕਾ ਸੀ। ਬਿਹਾਰ ਦੇ ਵਿੱਚ ਬਹੁਤ ਸਾਰੇ ਪਿੰਡ ਅੱਜ ਵੀ ਸਿੱਖੀ ਨਾਵਾਂ ਵਾਲੇ ਹਨ, ਭਾਵੇਂ ਉੱਥੇ ਅੱਜ ਸਿੱਖਾਂ ਦੀ ਗਿਣਤੀ ਨਹੀਂ ਹੈ, ਜਿਹੜਾ ਕਿ ਸਾਨੂੰ ਇਹ ਦੱਸਦਾ ਹੈ ਕਿ ਸਿੱਖੀ ਦਾ ਪ੍ਰਚਾਰ ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਹੋਇਆ। ਅਤੇ ਜਿਹਦੇ ਬਾਰੇ ਅੱਜ ਕੱਲ੍ਹ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਫੈਲੀ ਹੋਈ ਸਿਕਲੀਗਰਾਂ ਤੇ ਬਾਜੀਗਰਾਂ ਦੀ ਆਬਾਦੀ ਵੀ ਇਸ ਗੱਲ ਦਾ ਮੂੰਹ ਬੋਲਦਾ ਪ੍ਰਮਾਣ ਹੈ ਕਿ ਸਿੱਖੀ ਦਾ ਪ੍ਰਚਾਰ ਪੂਰੇ ਭਾਰਤ ਦੇ ਵਿੱਚ ਤੇ ਬਾਹਰ ਵੀ ਵੱਡੀ ਗਿਣਤੀ ਦੇ ਵਿੱਚ ਵੱਡੇ ਪੱਧਰ ਉੱਤੇ ਹੁੰਦਾ ਰਿਹਾ ਹੈ, ਸਿਰਫ ਅਸੀਂ ਉਹਨੂੰ ਸੰਭਾਲਿਆ ਨਹੀਂ ਹੈ। ਤਾਂ ਮੈਂ ਜ਼ਿਕਰ ਕੀਤਾ ਸੀ ਸਿੰਘ ਸਭਾ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਤਾਂ ਆਪ ਸਭ ਕਾਰਨ ਜਾਣਦੇ ਹੋ, ਉਹਨਾਂ ਵਿੱਚ ਜਾਣ ਦੀ ਲੋੜ ਨਹੀਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੀ ਸਿੱਖੀ ਪ੍ਰਚਾਰ ਲਈ ਉਹਨੇ ਯਤਨ ਨਹੀਂ ਕੀਤੇ ਗਏ ਜਿੰਨੇ ਕਿ ਸਾਡੇ ਵੱਲੋਂ ਹੋਣੇ ਚਾਹੀਦੇ ਸਨ। ਪਰ ਅਸੀਂ ਪ੍ਰਚਾਰਕ ਸ਼੍ਰੇਣੀ ਜਾਂ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸੇ ਕਿਸਮ ਦੀਆਂ ਹੋਰ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਦੇ ਉੱਤੇ ਦੋਸ਼ ਮੜ ਕੇ ਅਸੀਂ ਅਕਸਰ ਵਿਹਲੇ ਹੋ ਜਾਂਦੇ ਹਨ। ਇਹ ਕਾਰਨ ਆਪਣੀ ਥਾਂ ਦੇ ਉੱਤੇ ਠੀਕ ਹਨ, ਪਰ ਜਿਹੜਾ ਅਸਲ ਘਾਟਾ ਪੈਣ ਦਾ ਕਾਰਨ ਹੈ ਉਹ ਇਹ ਹੈ ਕਿ ਕਿਰਤ ਵਿਰਤ ਕਰਨ ਵਾਲੇ ਸਿੱਖ ਸਿੱਖੀ ਪ੍ਰਚਾਰ ਨੂੰ ਆਪਣਾ ਫਰਜ਼ ਨਹੀਂ ਸਮਝਦੇ ਤੇ ਨਾ ਹੀ ਸਾਡਾ ਜੀਵਨ ਦਾ ਜੋ ਆਦਰਸ਼ਕ ਜੀਵਨ ਸਾਡਾ ਐਸਾ ਰਿਹਾ ਹੈ ਕਿ ਜੋ ਅਨੁਮਤੀਆਂ ਨੂੰ ਸਿੱਖੀ ਜੀਵਨ ਵੱਲ ਖਿੱਚ ਸਕੇ। ਇਹਦੀਆਂ ਸਾਨੂੰ ਅਨੇਕਾਂ ਸਾਖੀਆਂ ਸਾਨੂੰ ਇਤਿਹਾਸ ਦੇ ਵਿੱਚ ਮਿਲਦੀਆਂ ਹਨ। ਮੈਂ ਸਿਰਫ ਇੱਕ ਜਿਹੜੀ ਸਾਖੀ ਹੈ ਉਹ ਆਪ ਜੀ ਦੇ ਨਾਲ ਟੂਕ ਮਾਤਰ ਹੀ ਸਾਂਝੀ ਕਰਾਂਗਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੰਗਲਾ ਦੀਪ ਦਾ ਰਾਜਾ ਸ਼ਿਵਨਾਭ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਹੋ ਚੁੱਕਾ ਸੀ, ਪਰ ਅਸੀਂ ਇਹ ਵਿਚਾਰ ਕਰਨੋਂ ਭੁੱਲ ਜਾਂਦੇ ਹਾਂ ਕਿ ਉਹ ਸ਼ਰਧਾਲੂ ਕਿਵੇਂ ਹੋ ਚੁੱਕਾ ਸੀ। ਉਸਨੇ ਭਾਈ ਮਨਸੁਖ ਦਾ ਜੀਵਨ ਦੇਖਿਆ ਸੀ। ਭਾਈ ਮਨਸੁਖ ਆਪਣੀ ਕਿਰਤ ਵਿਰਤ ਦੇ ਸਬੰਧ ਦੇ ਵਿੱਚ ਜਾਫਨਾ ਦੇ ਇਲਾਕੇ ਵਿੱਚ, ਜਿੱਥੇ ਉਹਦਾ ਰਾਜ ਸੀ ਸ੍ਰੀਲੰਕਾ ਦੇ ਵਿੱਚ, ਜਿਹਨੂੰ ਸੰਗਲਾ ਦੀਪ ਉਦੋਂ ਕਿਹਾ ਜਾਂਦਾ ਸੀ, ਉਹ ਵਪਾਰ ਦੇ ਸਿਲਸਿਲੇ ਵਿੱਚ ਉੱਥੇ ਗਿਆ ਸੀ ਤੇ ਰਾਜਾ ਉਹਦੇ ਜੀਵਨ ਨੂੰ ਦੇਖ ਕੇ, ਉਹਦੇ ਨਾਲ ਗੱਲਾਂ ਕਰਕੇ, ਗੁਰਬਾਣੀ ਪਾਠ ਉਹਦੇ ਕੋਲੋਂ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਨਾਨਕ ਦੀ ਸਿੱਖੀ ਦਾ ਆਸ਼ਿਕ ਹੋ ਗਿਆ ਤੇ ਮਨੋ ਸਿੱਖ ਹੋ ਗਿਆ ਤੇ ਗੁਰੂ ਸਾਹਿਬ ਨੂੰ ਦਰਸ਼ਨ ਦੇਣ ਦੇ ਵਾਸਤੇ ਅਰਦਾਸਾਂ ਕਰਨ ਲੱਗਾ ਤੇ ਅੰਤ ਵਿੱਚ ਸਤਿਗੁਰੂ ਆਪ ਦਰਸ਼ਨ ਦੇਣ ਲਈ ਉਹਨਾਂ ਨੂੰ ਉੱਥੇ ਪਹੁੰਚੇ। ਤੋ ਇਹ ਸਾਡੇ ਲਈ ਇੱਕ ਨਾ ਸੈਲਫ ਪੜਚੋਲ ਕਰਨ ਦਾ, ਸਵੈ ਪੜਚੋਲ ਕਰਨ ਦਾ ਇੱਕ ਕਾਰਨ ਹੋਣਾ ਚਾਹੀਦਾ ਹੈ ਕਿ ਕੀ ਅਸੀਂ ਜਦੋਂ ਆਪਣੀ ਕਿਰਤ ਵਿਰਤ ਦੇ ਲਈ ਬਾਹਰ ਜਾਂਦੇ ਹਾਂ ਤਾਂ ਕੀ ਅਸੀਂ ਪ੍ਰਚਾਰਕ ਸ਼੍ਰੇਣੀ ਨੂੰ ਹੀ ਦੋਸ਼ ਦੇ ਕੇ ਚੁੱਪ ਕਰਕੇ ਬਹਿ ਜਾਂਦੇ ਹਾਂ ਜਾਂ ਭਾਈ ਮਨਸੁਖ ਦੇ ਜੀਵਨ ਤੋਂ ਵੀ ਅਸੀਂ ਕੋਈ ਪ੍ਰੇਰਨਾ ਲਵਾਂਗੇ। ਜਦੋਂ ਅਸੀਂ ਬਾਹਰ ਜਾਂਦੇ ਹਾਂ ਅਸੀਂ ਸਿਰਫ ਕਾਰੋਬਾਰ ਕਰਕੇ ਵਾਪਸ ਆ ਜਾਂਦੇ ਹਾਂ, ਪੈਸਾ ਕਮਾ ਕੇ ਵਾਪਸ ਆ ਜਾਂਦੇ ਹਾਂ, ਨਾ ਅਸੀਂ ਪ੍ਰਚਾਰ ਕਰਨ ਦਾ ਕੋਈ ਯਤਨ ਕਰਦੇ ਹਾਂ ਤੇ ਨਾ ਹੀ ਸਾਡਾ ਜੀਵਨ ਐਸਾ ਹੈ ਜਿਹਨੂੰ ਦੇਖ ਕੇ ਕੋਈ ਅਨੁਮਤੀ ਵਿਅਕਤੀ ਸਾਡੇ ਜੀਵਨ ਤੋਂ ਪ੍ਰੇਰਨਾ ਲੈ ਸਕੇ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਪ੍ਰਚਾਰਕ ਸ਼੍ਰੇਣੀ ਪ੍ਰਚਾਰ ਦੇ ਵਿੱਚ ਕੇਵਲ ਇੱਕ ਸਹਾਇਕ ਭੂਮਿਕਾ ਹੀ ਨਿਭਾ ਸਕਦੀ ਹੈ। ਅਸਲ ਪ੍ਰਚਾਰ ਤਾਂ ਉਦੋਂ ਹੋਣਾ ਹੈ, ਸਿੱਖੀ ਉਦੋਂ ਫੈਲੇਗੀ ਜਦੋਂ ਹਰ ਸਿੱਖ ਪ੍ਰਚਾਰਕ ਬਣ ਜਾਵੇਗਾ, ਹਰ ਸਿੱਖ ਦਾ ਜੀਵਨ ਐਸਾ ਬਣ ਜਾਵੇਗਾ ਕਿ ਲੋਕ ਉਸ ਨੂੰ ਦੇਖ ਕੇ ਪ੍ਰਭਾਵਿਤ ਹੋਣ। ਇਹ ਇੱਕ ਐਸੀ ਲੋੜ ਹੈ ਜਿਹਦੇ ਵੱਲ ਸਾਨੂੰ ਸਭ ਤੋਂ ਪਹਿਲਾਂ ਧਿਆਨ ਦੇਣ ਦੀ ਲੋੜ ਹੈ, ਬਜਾਏ ਇਸ ਦੇ ਕਿ ਅਸੀਂ ਪ੍ਰਚਾਰਕ ਸ਼੍ਰੇਣੀ ਦੇ ਨੁਕਸ ਗਿਣਾਉਣੇ ਸ਼ੁਰੂ ਕਰ ਦਈਏ ਜਾਂ ਗੁਰਦੁਆਰਾ ਕਮੇਟੀਆਂ, ਪ੍ਰਬੰਧਕ ਕਮੇਟੀਆਂ ਦੇ ਉੱਤੇ ਆਪਣਾ ਜਿਹੜਾ ਹੈ ਉਹ ਦੋਸ਼ ਥੱਪ ਕੇ ਤੇ ਚੁੱਪ ਕਰਕੇ ਬਹਿ ਜਾਈਏ ਕਿ ਵੀ ਅਸੀਂ ਸੁਰਖਰੂ ਹੋ ਗਏ ਹਾਂ। ਔਰ ਇਹ ਜੋ ਅਸੀਂ ਜਿਸ ਕਲਾਸ ਦੇ ਵਿੱਚ ਆਪਾਂ ਬੈਠੇ ਹਾਂ, ਸਿੱਖ ਮਿਸ਼ਨਰੀ ਕਾਲਜ ਇਸੇ ਦਿਸ਼ਾ ਦੇ ਵਿੱਚ ਇੱਕ ਕਦਮ ਹੈ। ਤੋ ਦੂਸਰੀ ਗੱਲ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਸਿੱਖੀ ਪ੍ਰਚਾਰ ਦੇ ਕੇਂਦਰ ਕੇਵਲ ਗੁਰਦੁਆਰੇ ਬਣਾ ਲਏ ਹਨ। ਸਿੱਖੀ ਉਦੋਂ ਫੈਲੇਗੀ ਜਦੋਂ ਸਿੱਖੀ ਦੀ ਖੁਸ਼ਬੂ ਗੁਰਦੁਆਰਿਆਂ ਦੇ ਸਿਰਫ ਅੰਦਰ ਹੀ ਨਹੀਂ ਹੋਵੇਗੀ, ਸਗੋਂ ਹਰ ਸਿੱਖ ਦੇ ਜੀਵਨ ਦੇ ਰਾਹੀਂ ਪੂਰੇ ਸਮਾਜ ਦੇ ਵਿੱਚ ਖੁਸ਼ਬੂ ਬਣ ਕੇ ਫੈਲੇਗੀ। ਸਿੱਖੀ ਦੇ ਪ੍ਰਚਾਰ ਦੀਆਂ ਜਿਹੜੀਆਂ ਕਮੀਆਂ ਆਈਆਂ ਹਨ
ਉਹਦੇ ਲਈ ਹਰ ਸਿੱਖ ਨੂੰ ਯਤਨਸ਼ੀਲ ਹੋਣ ਦੀ ਲੋੜ ਹੈ। ਜਿਵੇਂ ਵੀਰ ਜੀ ਨੇ ਕਿਹਾ ਹੈ ਕਿ ਜਿਨ੍ਹਾਂ ਸੂਬਿਆਂ ਦੇ ਵਿੱਚੋਂ ਪੰਜ ਪਿਆਰੇ ਵੀ ਨਿਕਲੇ, ਉਹਨਾਂ ਸੂਬਿਆਂ ਦੇ ਵਿੱਚ ਵੀ ਅੱਜ ਸਿੱਖੀ ਉਸ ਤਰ੍ਹਾਂ ਪ੍ਰਫੁੱਲਤ ਨਹੀਂ ਹੈ ਜਿਹੜੀ ਗੁਰੂ ਸਾਹਿਬ ਦੇ ਟਾਈਮ ਤੇ ਸੀ। ਪਰ ਇਹ ਸਾਡੇ ਸਾਰਿਆਂ ਦੇ ਲਈ ਇਹ ਇੱਕ ਚੈਲੰਜ ਹੈ ਔਰ ਸਾਨੂੰ ਇਸ ਪਾਸੇ ਯਤਨਸ਼ੀਲ ਹੋਣ ਦੀ ਲੋੜ ਹੈ ਜੀ। ਹੋਈਆਂ ਭੁੱਲਾਂ ਨੂੰ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਸਿਰਫ ਸਵਾਲ ਦਾ ਜਵਾਬ ਨਹੀਂ ਦਿੱਤਾ, ਇੱਕ ਮਾਸਟਰ ਸਟ੍ਰੋਕ ਮੈਂ ਕਹਾਂਗਾ ਕਿ ਜੋ ਸਾਡੀ ਅੱਜ ਪ੍ਰਚਾਰ ਵਿੱਚ ਖੜੋਤ ਆਈ ਹੈ ਜਾਂ ਜਿਸ ਕਿਸਮ ਦਾ ਪ੍ਰਚਾਰ ਚਾਹੀਦਾ ਉਹਦਾ ਜ਼ਿੰਮੇਵਾਰ ਕੌਣ ਹੈ। ਦੇਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੰਗਤਾਂ ਕਾਇਮ ਕੀਤੀਆਂ ਔਰ ਗੁਰਬਾਣੀ 'ਚ ਵੀ ਆਉਂਦਾ ਆਪ ਜਪਿਆ ਆਪਣਾ ਨਾਮ ਜਪਾਵੇ। ਹਰੇਕ ਸਿੱਖ ਹੀ ਪ੍ਰਚਾਰਕ ਹੈ, ਵੀਰ ਜੀ ਨੇ ਬੜੇ ਬਖੂਬੀ ਦੱਸਿਆ। ਔਰ ਦੂਜੀ ਗੱਲ ਜਿਹੜੀ ਹੈ ਬਹੁਤ ਵਧੀਆ ਕਹੀ ਹੈ ਕਿ ਹਰੇਕ ਸਿੱਖ ਜਿਹੜਾ ਉਹ ਰੋਲ ਮਾਡਲ ਹੋਣਾ ਚਾਹੀਦਾ। ਦੇਖੋ, ਜਿਸ ਵੇਲੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਉਹ ਕਰੋ ਨਿਵਾਸ। ਜੇ ਰੂਪ ਖਾਸ ਦਾ ਮਤਲਬ ਇਹ ਹੈ ਕਿ ਖਾਲਸੇ ਦੇ ਕਰਮ ਜਿਹੜੇ ਨੇ ਆਮ ਸੰਸਾਰੀਆਂ ਵਰਗੇ ਨਹੀਂ, ਖਾਸ ਹੋਣੇ ਚਾਹੀਦੇ ਨੇ, ਐਗਜ਼ੈਂਪਲਰੀ। ਤੋ ਅਸੀਂ ਦੇਖਦੇ ਹਾਂ ਜੇ ਇਤਿਹਾਸ ਪੜ੍ਹ ਕੇ ਤੇ ਸਾਡੇ ਇਤਿਹਾਸ ਵਿੱਚ ਬਹੁਤ ਸਾਰੀਆਂ ਐਸੀਆਂ ਮਿਸਾਲਾਂ ਮਿਲਦੀਆਂ ਵੀ ਨਹੀਂ, ਜਿਵੇਂ ਵੀਰ ਜੀ ਨੇ ਵੀ ਵਿੱਚ ਰੈਫਰੈਂਸ ਦਿੱਤਾ ਹੈ। ਐਗਜ਼ੈਂਪਲਰੀ ਜੀਵਨ ਸਨ ਜਿਨ੍ਹਾਂ ਨੂੰ ਦੇਖ ਕੇ ਅਗਲਾ ਪ੍ਰੇਰਿਤ ਹੋਵੇ ਵੀ ਹਾਂ। ਹੁਣ ਅੱਜ ਵੀ ਅਸੀਂ ਦੇਖਦੇ ਹਾਂ ਅੱਜ ਦੇ ਸਮੇਂ ਜਿਸ ਵੇਲੇ ਖਾਲਸਾ ਏਡ ਜਾਂ ਬਾਕੀ ਸੰਸਥਾਵਾਂ ਸੇਵਾ ਕਰਦੀਆਂ ਨੇ ਤਾਂ ਲੋਕਾਂ ਦੇ ਮਨਾਂ ਤੇ ਕਿੰਨਾ ਪ੍ਰਭਾਵ ਪੈਂਦਾ। ਇਹ ਕੋਵਿਡ ਦੇ ਦੌਰਾਨ ਜਿਹੜੀਆਂ ਸਿੱਖ ਸੰਸਥਾਵਾਂ ਔਰ ਸਾਡੇ ਵੀਰਾਂ ਭੈਣਾਂ ਨੇ ਸੇਵਾ ਕੀਤੀ ਹੈ, ਤੁਸੀਂ ਦੇਖ ਲਓ ਵੀ ਅਨਮਤੀਆਂ ਨੇ ਕਿੰਨੀਆਂ ਵੀਡੀਓ ਵਾਇਰਲ ਕਰਕੇ ਕਿਹਾ ਵੀ ਅਗਰ ਕੋਈ ਕੌਮ ਸੇਵਾ ਕਰ ਸਕਦੀ ਤੇ ਸਿੱਖੀ। ਇਹ ਅਸਲ ਕ੍ਰੈਡਿਟ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਜਾਂਦਾ ਔਰ ਹਰੇਕ ਸਿੱਖ ਦਾ ਇਹ ਫਰਜ਼ ਬਣਦਾ ਕਿ ਅਸੀਂ ਇਹ ਕ੍ਰੈਡਿਟ ਪੈਦਾ ਕਰੀਏ। ਤੋ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਸਿਰਫ ਸਵਾਲ ਮੈਂ ਫਿਰ ਰਿਪੀਟ ਕਰ ਰਿਹਾ, ਸਿਰਫ ਸਵਾਲ ਦਾ ਉੱਤਰ ਨਹੀਂ ਦਿੱਤਾ। ਇਹਨਾਂ ਨੇ ਜੇ ਕੁਝ ਗੱਲਾਂ ਜਿਹੜੀਆਂ ਕਹੀਆਂ ਨੇ ਉਹ ਮਾਸਟਰ ਸਟ੍ਰੋਕ ਨੇ, ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ। ਤੇ ਸਤਿਗੁਰੂ ਕਿਰਪਾ ਕਰੇ ਹਰੇਕ ਸਿੱਖ ਜਿਹੜਾ ਉਹ ਆਪਣੇ ਆਪ ਨੂੰ ਪ੍ਰਚਾਰਕ ਸਮਝੇ। ਪੁਜਾਰੀ ਸ਼੍ਰੇਣੀ ਦਾ ਤਾਂ ਗੁਰੂ ਨਾਨਕ ਦੇ ਮਤ ਵਿੱਚ ਕੋਈ ਅਸਥਾਨ ਹੀ ਨਹੀਂ ਹੈ। ਇਹ ਤਾਂ ਕੇਵਲ ਹਰੇਕ ਸਿੱਖ ਜਿਹੜਾ ਉਹ ਹਰੇਕ ਸਿੱਖ ਹੀ ਪ੍ਰਚਾਰਕ ਹੈ। ਧੰਨਵਾਦ ਜੀ ਇੱਕ ਵਾਰੀ ਫੇਰ। ਤੋ ਆਓ ਸਾਧ ਸੰਗਤ ਜੀ, ਇੱਕ ਸਵਾਲ ਹੋਰ ਜਿਹੜਾ ਸਾਡੇ ਕੋਲ ਆਇਆ, ਡਿਸਕਸ਼ਨ ਕਰਦੇ ਹਾਂ। ਕਲਾਸ ਵਿੱਚੋਂ ਹੀ ਕਿਸੇ ਵੀਰ ਨੇ ਸਵਾਲ ਕੀਤਾ ਸੀ ਕਿ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਪੌੜੀ ਦਾ ਗਾਇਨ ਕਰਨ ਦਾ ਇਹ ਵਿਧਾਨ ਹੈ। ਜਦ ਵੀ ਕੋਈ ਵੀ ਸਮਾਗਮ ਹੋਵੇ ਸਾਧ ਸੰਗਤ ਜੀ, ਸਮਾਗਮ ਦੀ ਸਮਾਪਤੀ ਜਿਹੜੀ ਹੈ ਉਸ ਤੋਂ ਪਹਿਲਾਂ ਆਨੰਦ ਸਾਹਿਬ ਦੀਆਂ 5 ਪੌੜੀਆਂ ਤੇ 6ਵੀਂ ਪੌੜੀ ਲਾਸਟ ਵਾਲੀ ਜਿਹੜੀ ਹੈ ਉਹ ਪੜ੍ਹ ਕੇ ਤਾਂ ਫਿਰ ਅਰਦਾਸਾ ਸੋਧਿਆ ਜਾਂਦਾ। ਤੇ ਸਵਾਲ ਕਰਤਾ ਪੁੱਛਦੇ ਨੇ ਵੀ ਇਹ ਪ੍ਰਥਾ ਜਿਹੜੀ ਹੈ ਕਦੋਂ ਤੇ ਕਿਵੇਂ ਸ਼ੁਰੂ ਹੋਈ ਹੈ। ਮੈਂ ਬੇਨਤੀ ਕਰ ਰਿਹਾ ਵੀਰ ਮਨਮੋਹਨ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਸ ਤੇ ਸਾਨੂੰ ਕੋਈ ਇਤਿਹਾਸਕ ਪੱਖੋਂ ਹੋ ਸਕਦਾ ਤੇ ਚਾਨਣਾ ਪਾਉਣ। ਵੀਰ ਮਨਮੋਹਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਵਾਲ ਵੀਰ ਜੀ ਨੇ ਪੜ੍ਹਿਆ ਹੈ ਕਿ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਗੁਰੂ ਘਰ ਦੇ ਵਿੱਚ ਦੀਵਾਨ ਦੀ ਸਮਾਪਤੀ ਦੇ ਉਪਰੰਤ ਕੀਤਾ ਜਾਂਦਾ ਹੈ, ਇਹ ਪ੍ਰਥਾ ਕਦੋਂ ਤੋਂ ਸ਼ੁਰੂ ਹੋਈ ਹੈ। ਸੋ ਇਸ ਸਵਾਲ ਦਾ ਮੇਰੇ ਖਿਆਲ ਦੇ ਵਿੱਚ ਕਾਰਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਨੰਦ ਸਾਹਿਬ ਜੀ ਦੀ ਜੋ ਬਾਣੀ ਤੀਜੇ ਸਤਿਗੁਰੂ ਪਾਤਸ਼ਾਹ ਨੇ ਜੋ ਰਚੀ ਹੈ ਉਹਦੇ ਵਿੱਚ 40 ਪੌੜੀਆਂ ਨੇ ਤੇ ਪਾਠ ਜੋ ਹੈ ਕੇਵਲ ਪਹਿਲੀਆਂ 5 ਤੇ 6ਵੀਂ ਪੌੜੀ ਦਾ ਹੀ ਜੋ ਹੈ ਦੀਵਾਨ ਦੀ ਸਮਾਪਤੀ ਉਪਰੰਤ ਕੀਤਾ ਜਾਂਦਾ ਹੈ। ਇਹ ਸ਼ੁਰੂ ਕਦੋਂ ਤੋਂ ਹੋਈ ਇਹਦਾ ਹਵਾਲਾ ਇਤਿਹਾਸਕ ਤੌਰ ਦੇ ਉੱਤੇ ਕੋਈ ਨਹੀਂ ਲੱਭਦਾ, ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਇਹ ਕਾਫੀ ਪੁਰਾਤਨ ਚਲਦੀ ਰੀਤ ਜੋ ਹੈ ਇਹ ਪੰਥ ਦੇ ਅੰਦਰ ਹੈ। ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਸਾਡੇ ਕੋਲ ਜੋ ਇਤਿਹਾਸਕ ਦਸਤਾਵੇਜ਼ ਸਿੱਖ ਰਹਿਤ ਮਰਿਆਦਾ ਹੈ ਉਸ ਵੱਲ ਜਦੋਂ ਅਸੀਂ ਝਾਤ ਮਾਰਦੇ ਹਾਂ ਤੇ ਸਿੱਖ ਰਹਿਤ ਮਰਿਆਦਾ ਦੇ ਅੰਦਰ ਤਕਰੀਬਨ 7 ਥਾਵਾਂ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਆਨੰਦ ਸਾਹਿਬ ਜੀ ਦੇ ਪਾਠ ਪ੍ਰਤੀ 6 ਪੌੜੀਆਂ ਦਾ ਪਾਠ ਕਰਨ ਦਾ ਜੋ ਹੈ ਉਹ ਲਿਖਤੀ ਰੂਪ ਦੇ ਵਿੱਚ ਵਰਣਨ ਹੈ, ਲਿਖਤੀ ਰੂਪ ਦੇ ਵਿੱਚ ਉਹ ਅੰਕਿਤ ਹੈ। ਹੁਣ ਪਹਿਲਾਂ ਸਿੱਖ ਰਹਿਤ ਮਰਿਆਦਾ ਵੱਲ ਥੋੜੀ ਜਿਹੀ ਅਗਰ ਅਸੀਂ ਝਾਤ ਮਾਰੀਏ ਤਾਂ 1931 ਦੇ ਵਿੱਚ ਜੋ ਹੈ ਜੋ ਉਸ ਵੇਲੇ ਕਮੇਟੀ ਬਣਾਈ ਗਈ, ਉਸ ਕਮੇਟੀ 1931 ਦੇ ਵਿੱਚ ਉਹਨਾਂ ਦੇ ਜਿਹੜੇ ਨੇ 4-5 ਅਕਤੂਬਰ 1931, 3 ਜਨਵਰੀ 1932, 31 ਜਨਵਰੀ 1932 ਇਹਨਾਂ ਦੀਆਂ ਬੈਠਕਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਈਆਂ ਹਨ। ਇਹਦਾ ਮਤਲਬ ਕਿ 1931 4-5 ਅਕਤੂਬਰ ਨੂੰ ਅਗਰ ਸਮਾਗਮ ਹੁੰਦਾ ਹੈ, ਬੈਠਕ ਹੁੰਦੀ ਹੈ, ਤਾਂ ਰਹਿਤ ਮਰਿਆਦਾ ਦੀ ਤਿਆਰੀ 1931 ਤੋਂ ਪਹਿਲਾਂ ਸ਼ੁਰੂ ਹੋਈ ਹੈ ਅਤੇ ਇਹਦੇ ਅੰਦਰ ਜੋ ਸਬ ਕਮੇਟੀ ਹੈ ਜਾਂ ਜੋ ਹੋਰ ਸੱਜਣ ਜਿਨ੍ਹਾਂ ਨੇ ਆਪਣਾ ਆਪਣਾ ਯੋਗਦਾਨ ਪਾਇਆ, ਜਿਹੜੇ ਜਥੇ ਜੋ ਆਏ ਨੇ
ਉਹ ਸਾਰੇ ਇਹ 1931 ਤੋਂ ਪਹਿਲਾਂ ਦੇ ਹੀ ਲੋਕੀ ਨੇ ਅਤੇ ਉਸ ਵੇਲੇ ਜਿਹੜੇ ਲੋਕੀ ਜਾਂ ਜਿਹੜੇ ਸੂਝਵਾਨ ਸੱਜਣ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ, ਕੁਦਰਤੀ ਤੌਰ ਦੇ ਉੱਤੇ ਉਹਨਾਂ ਦੀ ਐਵਰੇਜ ਉਮਰ ਜਿਹੜੀ ਹੈ ਉਹ ਅਸੀਂ 35-40 ਤੋਂ ਲੈ ਕੇ 70 ਸਾਲ ਦੇ ਵਿੱਚ ਦੀ ਰੱਖ ਸਕਦੇ ਹਾਂ। ਹੁਣ ਇਸ ਰਹਿਤ ਮਰਿਆਦਾ ਦੇ ਅੰਦਰ ਜਦੋਂ ਅਸੀਂ ਪੜ੍ਹਦੇ ਹਾਂ ਤੇ ਜਦੋਂ ਨਿਤਨੇਮ ਦੀ ਗੱਲ ਹੈ, ਸੋਦਰ ਦੀ ਬਾਣੀ ਦੇ ਅੰਦਰ ਸਪਸ਼ਟ ਤੌਰ ਦੇ ਉੱਤੇ ਲਿਖਿਆ ਗਿਆ ਹੈ ਸ਼ਬਦਾਂ ਦੇ ਨਾਲ ਕਿ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ 1 ਪੌੜੀ ਪੜ੍ਹਨੀ ਹੈ। ਉੱਥੇ ਵੀ 6 ਪੌੜੀਆਂ ਦਾ ਹੀ ਜ਼ਿਕਰ ਜੋ ਹੈ ਕੀਤਾ ਗਿਆ ਕਿ ਪਹਿਲੀਆਂ 5 ਪੌੜੀਆਂ ਦੇ ਨਾਲ ਅਸੀਂ ਜੋ 6ਵੀਂ ਪੌੜੀ ਜੋ ਹੈ ਆਨੰਦ ਸਾਹਿਬ ਜੀ ਦੀ ਪੜ੍ਹਨੀ ਹੈ। ਉਸ ਤੋਂ ਬਾਅਦ ਮੁਦਾਵਨੀ ਤੇ ਸ਼ਲੋਕ ਮਹਲਾ 5ਵਾਂ 13 ਕੀਤਾ ਜਾਤੋ ਨਹੀਂ, ਇਹ ਜੋ ਹੈ ਉਸ ਦੇ ਵਿੱਚ ਅਸੀਂ ਪੜ੍ਹਨਾ ਹੈ। ਉਸ ਤੋਂ ਬਾਅਦ ਜਦੋਂ ਅਸੀਂ ਅੱਗੇ ਚੱਲਦੇ ਹਾਂ ਤੇ ਅੱਗੇ ਸਾਧਾਰਨ ਪਾਠ ਦੀ ਜਿੱਥੇ ਅੰਕਿਤ ਕੀਤਾ ਗਿਆ ਹੈ ਉੱਥੇ ਦੱਸਿਆ ਗਿਆ ਹੈ ਹਾਂ ਸਿਰਲੇਖ ਦੇ ਥੱਲੇ ਪਾਠ ਆਰੰਭ ਕਰਨ ਸਮੇਂ ਆਨੰਦ ਸਾਹਿਬ ਪਹਿਲੀਆਂ 5 ਪੌੜੀਆਂ ਤੇ ਅੰਤਲੀ 1 ਪੌੜੀ ਦਾ ਪਾਠ ਮਗਰੋਂ ਅਰਦਾਸਾ ਕਰਕੇ ਹੁਕਮਨਾਮਾ ਲੈਣਾ ਚਾਹੀਦਾ ਹੈ। ਇੱਥੇ ਵੀ 6 ਪੌੜੀਆਂ ਦੀ ਗੱਲ ਹੈ। ਫਿਰ ਜਦੋਂ ਇਸੇ ਦੇ ਵਿੱਚ ਅੱਗੇ ਚੱਲ ਕੇ ਸਾਧਾਰਨ ਪਾਠ ਅਖੰਡ ਪਾਠ ਦਾ ਆਰੰਭ ਸਿਰਲੇਖ ਲਿਖਿਆ ਗਿਆ, ਉੱਥੇ ਲਿਖਿਆ ਗਿਆ ਸਧਾਰਨ ਪਾਠ ਦੇ ਆਰੰਭ ਵੇਲੇ ਪ੍ਰਸ਼ਾਦ ਲਿਆ ਕੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਮਗਰੋਂ ਹੁਕਮ ਲਿਆ ਜਾਵੇ। ਅਖੰਡ ਪਾਠ ਵੇਲੇ ਕੜਾ ਪ੍ਰਸ਼ਾਦ ਹੋਵੇ, ਫਿਰ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਅਤੇ ਹੁਕਮ ਲੈ ਕੇ ਪਾਠ ਆਰੰਭ ਕੀਤਾ ਜਾਵੇ। ਭੋਗ ਦੇ ਸਿਰਲੇਖ ਥੱਲੇ ਫਿਰ ਇਸ ਸਪਸ਼ਟ ਤੌਰ ਦੇ ਉੱਤੇ ਲਿਖਿਆ ਗਿਆ ਹੈ ਕਿ ਜਦੋਂ ਭੋਗ ਪਾਉਣਾ ਹੈ ਤੇ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਾਧਾਰਨ ਜਾਂ ਅਖੰਡ ਦਾ ਭਾਗ ਮੁਦਾਵਨੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। ਇਸ ਗੱਲ ਬਾਬਤ ਪੰਥ ਚ ਤੱਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ। ਇਸ ਤੋਂ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ। ਫਿਰ ਕੜਾ ਪ੍ਰਸ਼ਾਦ ਦੇ ਸਿਰਲੇਖ ਥੱਲੇ ਇਹ ਚੀਜ਼ ਲਿਖੀ ਗਈ ਕਿ ਜਦੋਂ ਕੜਾ ਪ੍ਰਸ਼ਾਦ ਤਿਆਰ ਹੋ ਜਾਵੇ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵੱਛ ਚੌਕੀ ਉੱਪਰ ਰੱਖਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ ਵਿੱਚ ਸੁਣਾ ਕੇ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ 1 ਪੌੜੀ ਦਾ ਪਾਠ ਕੀਤਾ ਜਾਵੇ। ਅਰਦਾਸਾ ਸੋਧਿਆ ਜਾਵੇ, ਪ੍ਰਵਾਨਗੀ ਲਈ ਕਿਰਪਾਨ ਭੇਟ ਕੀਤੀ ਜਾਵੇ। ਇਹ ਥੱਲੇ ਜਾ ਕੇ ਸਪਸ਼ਟ ਕੀਤਾ ਇੱਕ ਵਾਰੀ ਆਨੰਦ ਸਾਹਿਬ ਦਾ ਪਾਠ ਹੋ ਚੁੱਕਣ ਮਗਰੋਂ ਫਿਰ ਕੜਾ ਪ੍ਰਸ਼ਾਦ ਦੀ ਦੇਗ ਆ ਜਾਵੇ ਤਾਂ ਆਨੰਦ ਸਾਹਿਬ ਦੇ ਪਾਠ ਮੁੜ ਨਹੀਂ ਕਰਨਾ, ਕਿਰਪਾਨ ਭੇਟ ਕਰਨਾ ਹੀ ਕਾਫੀ ਹੈ। ਸੋ ਇਸ ਤਰੀਕੇ ਦੇ ਨਾਲ ਗੁਰੂ ਪਿਆਰ ਵਾਲਿਓ ਜੋ ਰਹਿਤ ਮਰਿਆਦਾ ਦੇ ਅੰਦਰ ਜਨਮ ਅਤੇ ਨਾਮ ਸੰਸਕਾਰ ਹੈ, ਇਹਦੇ ਵਿੱਚ ਵੀ ਜਿੱਥੇ ਲਿਖਿਆ ਗਿਆ ਹੈ ਕਿ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ, ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ। ਉਪਰੰਤ ਆਨੰਦ ਸਾਹਿਬ 6 ਪੌੜੀਆਂ ਮਗਰੋਂ ਬੱਚੇ ਦਾ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿੱਚ ਅਰਦਾਸਾ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ। ਗੁਰੂ ਪਿਆਰ ਵਾਲਿਓ ਆਨੰਦ ਸੰਸਕਾਰ ਦੇ ਸਿਰਲੇਖ ਵਿੱਚ ਵੀ ਜੋ ਹੈ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਲਿਖੀ ਗਈ ਹੈ ਕਿ ਰਾਗੀ ਸਿੰਘ ਜਾਂ ਆਨੰਦ ਕਰਾਉਣ ਵਾਲਾ ਆਨੰਦ ਸਾਹਿਬ ਦੀਆਂ 6 ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਦਾ ਪਾਠ ਕਰੇ, ਫਿਰ ਆਨੰਦ ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ, ਕੜਾ ਪ੍ਰਸ਼ਾਦ ਵਰਤਾਇਆ ਜਾਵੇ। ਮ੍ਰਿਤਕ ਸੰਸਕਾਰ ਦੇ ਸੰਬੰਧ ਵਿੱਚ ਵੀ ਇਹ ਚੀਜ਼ ਸਾਫ਼ ਲਿਖੀ ਹੈ। ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪ੍ਰਾਣੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਤੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ 10ਵੇਂ ਦਿਨ ਹੀ ਹੋਵੇ। ਜੇ 10ਵੇਂ ਦਾ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸਰਬੱਤੀਆਂ ਦੀ ਸੋਗ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਵੇ। ਸੋ ਗੁਰੂ ਪਿਆਰ ਵਾਲਿਓ ਇਹ ਸਾਰੀ ਜੋ ਮੈਂ ਆਪ ਜੀ ਦੇ ਨਾਲ ਡਿਸਕਸ਼ਨ ਕੀਤੀ ਹੈ, ਇਹਦੇ ਵਿੱਚ ਇਹ ਗੱਲ ਸਪਸ਼ਟ ਹੈ ਕਿ ਰਹਿਤ ਮਰਿਆਦਾ ਵਿੱਚ ਬਾਰ-ਬਾਰ 6 ਪੌੜੀਆਂ ਦਾ ਪੜ੍ਹਿਆ ਜਾਣਾ, ਇਹ ਲਿਖਿਆ ਜਾਣਾ, ਇਹ ਇੱਕ ਪੁਰਾਤਨ ਰੀਤ ਚੱਲਦੀ ਆ ਰਹੀ ਸੀ। ਕਿਉਂਕਿ ਜਿੰਨੇ ਕਮੇਟੀ ਦੇ ਅੰਦਰ ਮੈਂਬਰ ਸਨ, ਜੋ ਜਥੇ ਸ਼ਾਮਲ ਹੋਏ, ਉਹ ਤਕਰੀਬਨ ਪੂਰੇ ਪੰਥ ਦੀਆਂ ਨੁਮਾਇੰਦਾ ਜਮਾਇਤਾਂ ਸਨ, ਦੂਰੋਂ ਆਈਆਂ ਹੋਈਆਂ ਸਨ। ਇਹਦਾ ਮਤਲਬ ਇਸ ਤੋਂ ਪਹਿਲਾਂ ਹੀ 6 ਪੌੜੀਆਂ ਜੋ ਸੀ ਉਹਨਾਂ ਦਾ ਪਾਠ ਕਰਨਾ ਜੋ ਸੀ ਪੰਥ ਦੇ ਵਿੱਚ ਚੱਲਦਾ ਸੀ। ਸੋਧਤ ਤੋਂ ਬਾਅਦ ਜਾਂ ਜੋ ਬਾਕੀ ਸਾਡੇ ਜਿੱਥੇ ਕਿਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਉਣੀ ਹੈ, ਭੋਗ ਪਾਉਣਾ ਹੈ, ਜਾਂ ਇਸੇ ਕਰਕੇ ਜੇ ਕਦੇ ਇਹ ਉਸ ਵੇਲੇ ਨਿਯਤ ਕੀਤਾ ਜਾਂਦਾ ਤੇ ਫਿਰ ਇਹਦਾ ਮਤਲਬ ਇਹ ਸੀ ਕਿ ਅੱਜ ਦੀ ਤਰ੍ਹਾਂ ਦਾ ਕਮਿਊਨੀਕੇਸ਼ਨ ਸੈਟਅਪ ਨਹੀਂ ਸੀ। ਫਿਰ ਹਰ ਥਾਂ ਦੇ ਉੱਤੇ ਅਲੱਗ ਤਰੀਕਾ ਹੁੰਦਾ, ਕਿਤੇ ਜੋ ਸਾਨੂੰ ਪੂਰਾ ਆਨੰਦ ਸਾਹਿਬ ਪੜ੍ਹਿਆ ਜਾਂਦਾ ਹੁੰਦਾ, ਕਿਤੇ 6 ਪੜ੍ਹਿਆ ਜਾਂਦਾ ਹੁੰਦਾ। ਸੋ ਇਸ ਕਰਕੇ ਲਿਖਤੀ ਤੌਰ ਦੇ ਉੱਤੇ ਕਦੋਂ ਇਹ ਸ਼ੁਰੂ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ 40 ਪੌੜੀਆਂ ਅੰਕਿਤ ਨੇ, ਇਹ ਤਾਂ ਸਾਨੂੰ ਨਹੀਂ ਲੱਭਦਾ। ਲੇਕਿਨ ਸਾਡੇ ਕੋਲ ਮਰਿਆਦਾ ਦਾ ਜੋ ਸਿਖਰਾਇਤ ਮਰਿਆਦਾ ਹੈ, ਉਹਦੇ ਅੰਦਰ 7 ਵਾਰ ਇਸ ਚੀਜ਼ ਦਾ ਬਾਰ-ਬਾਰ ਲਿਖਿਆ ਜਾਣਾ ਕਿ 6 ਪੌੜੀਆਂ ਆਨੰਦ ਸਾਹਿਬ ਪਾਠ ਕਰਨਾ ਹੈ। ਇਹ ਗੱਲ ਸਪਸ਼ਟ ਕਰਦੀ ਹੈ ਕਿ ਇਹ ਪੁਰਾਤਨ ਤੌਰ ਦੇ ਉੱਤੇ, ਪੁਰਾਤਨ ਜੋ ਸਮੇਂ ਤੋਂ ਇਹ ਰੀਤ ਚੱਲਦੀ ਆ ਰਹੀ ਸੀ,
ਜੇਕਰ ਉਸ ਵੇਲੇ ਕੋਈ 70 ਸਾਲ ਦੇ ਬਜ਼ੁਰਗ ਇਸ ਕਮੇਟੀ ਦੇ ਅੰਦਰ ਹੋਏ ਹੋਣੇ ਜਿਨ੍ਹਾਂ ਨੇ ਇਸ ਨੂੰ ਬਾਰ-ਬਾਰ ਲਿਖਣ ਦੇ ਵਿੱਚ ਜੋ ਹੈ ਉਹਨਾਂ ਦੀ ਸਹਿਮਤੀ ਹੋਈ ਹੋਣੀ, ਜਾਂ ਛੋਟੀ ਉਮਰ ਦਾ ਕੋਈ ਹੋਇਆ ਹੋਣਾ, ਤੇ ਉਹ 70 ਸਾਲ ਦੇ ਬਜ਼ੁਰਗ ਨੇ ਵੀ ਆਪਣੇ ਬਚਪਨ ਦੇ ਅੰਦਰ ਗੁਰੂ ਘਰ ਦੇ ਦੀਵਾਨਾਂ ਦੇ ਅੰਦਰ ਸੋਦਰ ਦੀ ਚੌਕੀ ਦੇ ਵਿੱਚ ਜਾਂ ਹਰ ਥਾਂ ਦੇ ਉੱਤੇ 6 ਹੀ ਪੌੜੀਆਂ ਪੜੀਆਂ ਜੋ ਸਨ ਉਹ ਸੁਣੀਆਂ ਹੋਣੀਆਂ। ਤਾਂ ਹੀ ਇਹ ਰੀਤ ਜੋ ਹੈ 1931 ਤੋਂ ਬਾਅਦ ਰਹਿਤ ਮਰਿਆਦਾ ਦੇ ਅੰਦਰ ਅੰਕਿਤ ਹੋ ਕੇ ਸਪਸ਼ਟ ਰੂਪ ਦੇ ਉੱਤੇ ਆਈ। ਅਤੇ ਰਹਿਤ ਮਰਿਆਦਾ ਵਿੱਚ ਜਿਨ੍ਹਾਂ ਖਰੜਿਆਂ ਤੋਂ ਸੇਧ ਲਈ ਗਈ ਹੋਵੇਗੀ, ਜਿਨ੍ਹਾਂ ਪੁਰਾਤਨ ਕਿਸੇ ਲਿਖਤਾਂ ਤੋਂ ਸੇਧ ਲਈ ਗਈ ਹੋਵੇਗੀ, ਜਾਂ ਜੋ ਪੁਰਾਤਨ ਸਾਡੀ ਚੱਲ ਰਹੀ ਮਰਿਆਦਾ ਜਾਂ ਜੋ ਵਰਤਾਰਾ ਕੌਮ ਦੇ ਵਿੱਚ ਚੱਲ ਰਿਹਾ ਸੀ ਉਹ ਜੇ ਕਿਤੇ ਲਿਆ ਗਿਆ ਹੋਵੇਗਾ ਤਾਂ ਜ਼ਰੂਰ ਉਹ ਪਿੱਛੋਂ ਚੱਲਦਾ ਹੋਇਆ ਇੱਕ ਜੋ ਰੀਤ ਸੀ, ਪਿੱਛੋਂ ਚੱਲਦਾ ਹੋਇਆ ਜੋ ਇੱਕ ਤਰੀਕਾਕਾਰ ਸੀ, ਉਸੇ ਨੂੰ ਅੱਗੇ ਮੋਹਰ ਲਾ ਕੇ ਕਲਮ ਬੰਦ ਕਰਕੇ ਸਾਨੂੰ ਕਨਸਟੀਟਿਊਸ਼ਨ ਦੇ ਰੂਪ ਵਿੱਚ ਸਾਡੇ ਹਵਾਲੇ ਕੀਤਾ ਗਿਆ। ਅਗਰ ਕਿਸੇ ਦੇ ਕੋਲ ਹੋਰ ਕੋਈ ਲਿਖਤੀ ਜਾਣਕਾਰੀ ਹੋਵੇ ਤਾਂ ਉਹ ਆਪਣੀ ਜਾਣਕਾਰੀ ਜੋ ਹੈ ਸਾਡੇ ਨਾਲ ਸਾਂਝੀ ਕਰਕੇ ਸਾਡੀ ਵੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਲੇਕਿਨ ਇਹ ਸਿੱਖ ਰਹਿਤ ਮਰਿਆਦਾ ਹੁਣ ਸਾਡਾ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਵੀ ਨਹੀਂ ਹੋ ਸਕਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੋ ਕੇ ਸਾਨੂੰ ਸਾਰਿਆਂ ਨੂੰ ਇੱਕ ਸੂਤਰ ਵਿੱਚ ਬੰਨਣ ਦੇ ਵਾਸਤੇ ਇਹ ਮਰਿਆਦਾ ਸਾਡੇ ਕੋਲ ਹੈ। ਅਤੇ ਜੋ ਮੈਂ ਬਾਕੀ ਹਵਾਲੇ ਆਪ ਜੀ ਦੇ ਨਾਲ ਦਿੱਤੇ ਨੇ ਉਹ ਵੀ ਇਹੋ ਗੱਲ ਸਪਸ਼ਟ ਕਰਦੇ ਨੇ ਕਿ ਇੱਕਦਮ ਇਹ ਫੈਸਲਾ ਨਹੀਂ ਸੀ ਕੀਤਾ ਜਾ ਸਕਦਾ 1931-32 ਚ ਕਿ ਪੂਰਾ ਛੱਡ ਕੇ ਅਸੀਂ 6 ਹੀ ਪੜੀਏ। ਇਹਦਾ ਮਤਲਬ ਇਹ ਪਿੱਛੋਂ ਤੋਂ ਹੀ ਪੜੀਆਂ 6 ਹੀ ਪੌੜੀਆਂ ਪੜੀਆਂ ਜਾ ਰਹੀਆਂ ਸਨ, ਜਿਸ ਨੂੰ ਜਿੰਨੇ ਜਥੇ ਆਏ ਹੋਏ ਸਨ। ਔਰ ਇਸ ਮਰਿਆਦਾ ਦੇ ਅੰਦਰ ਕਿਤੇ ਨਹੀਂ ਲਿਖਿਆ ਹੋਇਆ ਕਿ ਇਸ ਮਸਲੇ ਦੇ ਉੱਤੇ ਕੋਈ ਕਿੰਤੂ ਪਰੰਤੂ ਸੀ ਜਾਂ ਕੋਈ ਮਤਭੇਦ ਸੀ। ਜਿਨ੍ਹਾਂ ਮਸਲਿਆਂ ਦੇ ਉੱਤੇ ਮਤਭੇਦ ਸੀ ਉਹ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੇ ਲਿਖ ਛੱਡੇ ਸਨ। ਇਹਦਾ ਮਤਲਬ ਇਹਦੇ ਵਿੱਚ ਕੋਈ ਮਤਭੇਦ ਨਹੀਂ ਸੀ, ਇਹ ਪੁਰਾਤਨ ਤੌਰ ਦੇ ਉੱਤੇ ਚੱਲਦੀ ਆ ਰਹੀ ਸੀ। ਸਾਰੇ ਜਥੇ, ਸਾਰੀਆਂ ਸੰਸਥਾਵਾਂ, ਹਰ ਇਲਾਕਾ ਜਿੱਥੋਂ ਪ੍ਰਤੀਨਿਧ ਇਸ ਰਹਿਤ ਮਰਿਆਦਾ ਅੰਦਰ ਸਨ ਉੱਥੇ ਇਹੋ ਤਰੀਕਾਕਾਰ ਸੀ। ਹੋਈ ਬਾਤ ਕਰ ਲਈ ਕਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਰਹਿਤ ਮਰਿਆਦਾ ਵਿੱਚ 7 ਵਾਰੀ ਇਸ ਗੱਲ ਦਾ ਜ਼ਿਕਰ ਆਇਆ। ਵੀਰ ਜੀ ਨੇ ਦੱਸਿਆ ਕਿ 5 ਪੌੜੀਆਂ ਔਰ ਅਖੀਰਲੀ ਪੌੜੀ ਦਾ ਪਾਠ ਕਰਨਾ ਹਰੇਕ ਦੀਵਾਨ ਦੀ ਸਮਾਪਤੀ ਤੋਂ ਪਹਿਲਾਂ। ਔਰ ਬਾਕੀ ਪੂਰੀ ਡਿਟੇਲ ਵਿੱਚ ਵੀਰ ਜੀ ਨੇ ਦੱਸਿਆ। ਤਾਂ ਸਾਧ ਸੰਗਤ ਬੇਨਤੀ ਹੈ ਕਿ ਸਿੱਖ ਰਹਿਤ ਮਰਿਆਦਾ ਬਣਾਈ ਇਸੇ ਕਰਕੇ ਗਈ ਸੀ ਤਾਂ ਜੇ ਸਾਰੀ ਕੌਮ ਜਿਹੜੀ ਹੈ ਉਹ ਇੱਕ ਸਾਰਤਾ ਵਿੱਚ ਆ ਜੇ ਔਰ ਸਾਡੀਆਂ ਹਰ ਜਿਹੜੇ ਕੰਮ ਕਰਨ ਦੇ ਤਰੀਕੇ ਨੇ ਉਹ ਸਾਵੇਂ ਹੋਣੇ ਚਾਹੀਦੇ ਨੇ। ਕੇਵਲ ਗੁਰਦੁਆਰਿਆਂ ਵਿੱਚ ਨਹੀਂ, ਈਵਨ ਤੁਸੀਂ ਦੇਖੋ ਰਹਿਤ ਮਰਿਆਦਾ ਵਿੱਚ ਜਨਮ ਸੰਸਕਾਰ ਤੋਂ ਲੈ ਕੇ ਜਨਮ ਸੰਸਕਾਰ, ਆਨੰਦ ਸੰਸਕਾਰ, ਇਹ ਮ੍ਰਿਤਕ ਸੰਸਕਾਰ, ਸਾਰੇ ਸੰਸਕਾਰਾਂ ਦਾ ਵੀ ਜ਼ਿਕਰ। ਸੋ ਸਾਡੀ ਪਰਸਨਲ ਲਾਈਫ ਬਾਰੇ ਔਰ ਪੰਥਕ ਲਾਈਫ ਬਾਰੇ ਔਰ ਸਾਡੀ ਧਾਰਮਿਕ ਲਾਈਫ ਬਾਰੇ ਉਹ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹ ਜਿਸ ਵੇਲੇ ਰਹਿਤ ਮਰਿਆਦਾ ਬਣੀ ਹੈ ਉਹਦੀ ਸਾਰੀਆਂ ਇਨਕਲੂਡਡ। ਤੇ ਜਿਹੜੀ ਰਹਿਤ ਮਰਿਆਦਾ ਦੀ ਪ੍ਰਵਾਨਗੀ ਹੈ ਉਹ ਕਿਸੇ 1 ਜਾਂ 2 4 ਸੰਸਥਾ ਦੀ ਨਹੀਂ, ਬਲਕਿ ਸਾਰੀ ਸਿੱਖ ਕੌਮ ਜਿਹੜੀ ਹੈ ਉਹਦੇ ਟੋਟਲ ਨੁਮਾਇੰਦੇ ਜਿਹੜੇ ਨੇ ਉਹਨਾਂ ਨੂੰ ਉਹਦੇ ਵਿੱਚ ਇਹ ਸੱਦਾ ਦਿੱਤਾ ਗਿਆ ਔਰ ਉਹਨਾਂ ਦੀਆਂ ਜਿਹੜੀਆਂ ਵੀ ਸੁਜੈਸ਼ਨ ਸਨ ਉਹ ਲੈ ਕੇ ਅਖੀਰ ਇੱਕ ਮਤ ਹੋ ਕੇ ਸਾਰਾ ਕੁਝ ਜਿਹੜਾ ਬਣਾਇਆ ਗਿਆ। ਤੇ ਇਸ ਕਰਕੇ ਸਾਨੂੰ ਜੋ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਉਹ ਅਪਣਾਉਣਾ ਚਾਹੀਦਾ। ਔਰ ਮੈਂ ਬੇਨਤੀ ਕਰਦੇ ਹਾਂ ਕਿ ਮੈਂ ਅੱਗੇ ਵੀ ਕਿਹਾ ਸਿੱਖ ਰਹਿਤ ਮਰਿਆਦਾ ਸਾਡੀ ਕੋਈ ਬਹੁਤਾ ਲੰਬਾ ਚੌੜਾ ਨਹੀਂ, ਛੋਟੀ ਜਿਹੀ ਕਿਤਾਬ 'ਚ ਹੀ ਹੈ, ਬੁਕਲੈਟ ਹੈ। ਇਹ ਹਰੇਕ ਘਰ ਵਿੱਚ ਹੋਣੀ ਚਾਹੀਦੀ। ਕਿਸੇ ਵੇਲੇ ਕੋਈ ਸਾਨੂੰ ਕਨਫਿਊਜ਼ਨ ਹੁੰਦਾ ਤਾਂ ਉਸੇ ਵੇਲੇ ਸਾਨੂੰ ਇਹ ਕੰਸਲਟ ਕਰਨੀ ਚਾਹੀਦੀ ਹੈ। ਤਾਂ ਉਂਝ ਵੀ ਇਹਦੀਆਂ ਜਿਹੜੀਆਂ ਮੱਦਾਂ ਨੇ ਇਹ ਤਾਂ ਹਰੇਕ ਸਿੱਖ ਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਵੀ ਆਪਾਂ ਕੀ ਕਰਨਾ ਤੇ ਕੀ ਨਹੀਂ ਕਰਨਾ। ਕੋਈ ਔਖਾ ਕੰਮ ਨਹੀਂ ਹੈ, ਸਿਰਫ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਤਾਂ ਮਨਮੋਹਨ ਸਿੰਘ ਜੀ ਬਹੁਤ ਆਪ ਜੀ ਦਾ ਧੰਨਵਾਦ ਹੈ। ਤਾਂ ਜਿਨ੍ਹਾਂ ਨੇ ਸਵਾਲ ਭੇਜਿਆ ਔਰ ਬਾਕੀ ਸੰਗਤ ਵੀ ਮੈਂ ਉਮੀਦ ਕਰਦਾ ਬਈ ਜੋ ਵੀਰ ਮਨਮੋਹਨ ਸਿੰਘ ਜੀ ਨੇ ਦੱਸਿਆ ਉਹਦੇ ਨਾਲ ਸਹਿਮਤ ਹੋਣਗੇ। ਤਾਂ ਅਗਰ ਕਿਸੇ ਦਾ ਕੋਈ ਸੁਝਾਅ ਹੋਏਗਾ ਤਾਂ ਵੈਲਕਮ ਹੈ ਜੀ, ਬੇਸ਼ੱਕ ਗਰੁੱਪ ਚੈਟ 'ਚ ਲਿਖੋ ਜਾਂ ਬਾਅਦ ਵਿੱਚ ਸਾਨੂੰ ਸੰਪਰਕ ਕਰੋ। ਧੰਨਵਾਦ। ਤਾਂ ਸਾਧ ਸੰਗਤ ਜੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1253 ਹੈ ਜੀ, ਮੈਂ ਜੇ ਗਲਤੀ ਨਹੀਂ ਲੱਗਦੀ ਤਾਂ ਉਹਦੇ 'ਚ ਭਗਤ ਪਰਮਾਨੰਦ ਜੀ ਦਾ ਸ਼ਬਦ ਹੈ ਔਰ ਉਸ ਤੋਂ ਬਾਅਦ ਇੱਕ ਤੁਕ ਲਿਖੀ ਹੈ ਕਿ ਛਾੜ ਮਨ ਹਾਰ ਵਿਮੁਖਨ ਕੋ ਸੰਗ। ਤੇ ਸਵਾਲ ਸਾਡੇ ਕੋਲ ਆਇਆ ਕਿ ਇਹ ਜਿਹੜੀ ਇੱਕੋ ਤੁਕ ਜਿਹੜੀ ਲਿਖੀ ਹੈ ਵੀ ਆਇਆ ਉੱਪਰਲੇ ਸ਼ਬਦ ਦਾ ਹਿੱਸਾ ਹੈ ਭਗਤ ਸੂਰਦਾਸ ਜੀ ਦਾ ਹੈ ਜੀ, ਪਰਮਾਨੰਦ ਜੀ ਦਾ ਨਹੀਂ ਹੈ। ਨਹੀਂ, ਜਿਹੜਾ ਪਹਿਲਾ ਸ਼ਬਦ ਇਸ ਤੋਂ ਉੱਪਰਲਾ ਛਾੜ ਵਿਮੁਖਨ, ਹਾਂ ਉਹ ਸ਼ਬਦ ਹਨ ਉਹ ਪਰਮਾਨੰਦ ਜੀ ਦੇ। ਤੇ ਇਹ ਜਿਹੜੀ ਤੁਕ ਹੈਗੀ ਹੈ ਇਹ ਕੇਵਲ ਇੱਕ ਤੁਕ ਹੋਣ ਕਰਕੇ ਇਹ ਸ਼ਾਇਦ ਕੋਈ ਕਨਫਿਊਜ਼ਨ ਹੋਇਆ ਵੀ ਇਕੱਲੀ ਤੁਕ ਕਿਉਂ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸਾਧ ਜਗੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਚਾਨਣਾ ਪਾਓ।
हाँ जी, जगीर सिंह जी। हाँ जी, वाहिगुरू जी का खालसा वाहिगुरू जी की फतेह। ਵੀਰ ਜੀ, ਇਹ ਪਹਿਲਾਂ ਜਿਹੜੀ ਸ਼ਬਦ ਹੈਗਾ ਉਸ ਤੋਂ ਬਾਅਦ ਇਹ ਤੁਕ ਆਉਂਦੀ ਹੈਗੀ ਹੈ ਜੀ। ਸੁਰੈ ਕੀ ਜੈਸੀ ਤੇਰੀ ਚਾਲ, ਇਹ ਸੂਰਦਾਸ ਜੀ ਦਾ ਸ਼ਬਦ ਹੈਗਾ ਜੀ। ਇਸ ਤੋਂ ਜਿਹੜਾ ਪਹਿਲਾ ਸ਼ਬਦ ਖਤਮ ਹੁੰਦਾ ਜੀ, ਉਹਦੇ ਵਿੱਚ 6 ਅੰਕ ਲਿਖਿਆ ਹੋਇਆ। ਇਸ ਸ਼ਬਦ ਦੇ ਵਿੱਚ 7 ਅੰਕ ਹੈਗਾ। ਜਿਹੜਾ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਇਹ ਸ਼ਬਦ ਜਿਹੜੀ ਵਿਆਖਿਆ ਹੈਗੀ ਹੈ ਉਹ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਉਹਦੇ ਵਿੱਚ 7 ਨੰਬਰ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ ਵੀ ਇਹ ਸ਼ਬਦ ਪੂਰਾ ਹੈਗਾ, ਕੰਪਲੀਟ ਹੈਗਾ। ਇਹ ਸੂਰਦਾਸ ਜੀ ਦਾ ਲਿਖਿਆ ਹੋਇਆ ਹੈਗਾ ਜੀ। ਤੇ ਬਸ ਇਤਨਾ ਕਿ ਮੈਂ ਦੱਸਣਾ ਜੀ, ਮੈਨੂੰ ਪਤਾ ਨਹੀਂ ਸੀਗਾ ਮੇਰਾ ਨੰਬਰ ਹੈਗਾ ਇਹ। ਮੈਂ ਇਹਦੀ ਤਿਆਰੀ ਨਹੀਂ ਕੀਤੀ, ਇਸ ਕਰਕੇ ਭੁਲੇਖਾ ਲੱਗਿਆ ਜੀ ਸਾਨੂੰ। ਸ਼ੁਕਰੀਆ ਜੀ। ਹਾਂ, ਥੋੜਾ ਤੇ ਤੁਹਾਡਾ ਚਲੋ ਠੀਕ ਹੈ ਜੀ। ਸਾਧ ਸੰਗਤ ਜੀ, ਬੇਨਤੀ ਹੈ ਕਿ ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਬਈ ਇਹਦੇ ਬਾਰੇ ਥੋੜਾ ਜਿਹਾ ਚਾਨਣ ਪਾਉਣ ਜੀ। MP ਸਿੰਘ ਜੀ, ਤੁਹਾਡਾ ਮਿਊਟਡ ਹੈ। ਹਾਂਜੀ, ਸਕਰੀਨ ਤੇ ਡਿਸਪਲੇ ਕਰ ਦਿੱਤਾ ਸ਼ਬਦ। ਹਾਂਜੀ। ਉਹ ਇਹਦੇ ਤੋਂ ਪਿੱਛੇ ਜੋ ਅਖੀਰ ਤੇ ਅੰਗ ਹੈ ਜੀ, ਅੰਕ ਲਿਖੇ ਹੋਏ ਨੇ, ਉਹ ਹੈ 3, 1 ਤੇ 6। ਤੋਂ 3 ਤੋਂ ਭਾਵ ਹੈ ਕਿ 3 ਪਦੇ ਹਨ। 1 ਤੋਂ ਭਾਵ ਹੈ ਕਿ ਭਗਤ ਜੀ ਦਾ, ਜਿਹੜੇ ਭਗਤ ਪਰਮਾਨੰਦ ਜੀ ਦਾ ਸ਼ਬਦ ਹੈ, ਉਹ ਇੱਕੋ ਇੱਕ ਸ਼ਬਦ ਹੈ ਕੇਵਲ। ਤੇ 6 ਤੋਂ ਮਤਲਬ ਹੈ ਕਿ ਭਗਤਾਂ ਦਾ ਟੋਟਲ 6ਵਾਂ ਸ਼ਬਦ ਹੈ। ਤੇ ਇਸ ਤੋਂ ਅਗਲੀ ਜਿਹੜੀ ਲਾਈਨ ਹੈ, ਖਾਲੀ ਇੱਕ ਲਾਈਨ ਹੈ, ਛਾੜ ਮਨ ਹਰ ਬਿਮਖਨ ਕੋ ਸੰਗ। ਤੇ ਉਸ ਤੋਂ ਅੱਗੇ ਜਾ ਕੇ ਫਿਰ ਸਾਰੰਗ ਮਹਲਾ 5ਵਾਂ ਸੂਰਦਾਸ ਗੁਰੂ ਅਰਜਨ ਪਾਤਸ਼ਾਹ ਦਾ ਸੂਰਦਾਸ ਜੀ ਨੂੰ ਸੰਬੋਧਨ ਕਰਦਾ ਹੋਇਆ ਸ਼ਬਦ ਹੈ, ਜੋ ਕਿ ਉੱਪਰਲੀ ਲਾਈਨ ਦੇ ਪ੍ਰਕਰਨ ਦੇ ਵਿੱਚ ਹੀ ਹੈ। ਤੇ ਉਹਦੇ ਅੰਤ ਦੇ ਉੱਤੇ ਜੋ ਹੈ ਅੰਕ ਲੜੀਵਾਰ ਜਿਹੜਾ ਹੈ ਉਹ 8ਵਾਂ ਆਇਆ ਹੈ, ਜਿਹਦਾ ਮਤਲਬ ਇਹ ਹੈ ਕਿ ਜਿਹੜੀ ਛਾੜ ਮਨ ਹਰ ਬਿਮਖਨ ਕੋ ਸੰਗ ਵਾਲੀ ਇੱਕ ਪੰਕਤੀ ਹੈ, ਉਹਨੂੰ ਵੀ ਪੂਰਾ ਸ਼ਬਦ ਗਿਣਿਆ ਗਿਆ ਹੈ। ਜਿਹੜਾ ਇਹ ਸਾਰੰਗ ਮਹਲਾ 5ਵਾਂ ਸੂਰਦਾਸ ਦਾ ਸ਼ਬਦ ਹੈ, ਇਹਦੇ ਪਿੱਛੇ ਲਿਖਿਆ ਹੋਇਆ 2, 1, 8। ਤੋਂ 2 ਤੋਂ ਭਾਵ ਹੈ 2 ਪਦੇ ਹਨ। ਇੱਕ ਇਹ ਸ਼ਬਦ ਜਿਹੜਾ ਹੈ ਗੁਰੂ ਅਰਜਨ ਪਾਤਸ਼ਾਹ ਦਾ ਜਿਹੜਾ ਹੈ ਉਹ ਇੱਕੋ ਇੱਕ ਸ਼ਬਦ ਹੈ। 8 ਲੜੀ ਦੇ ਵਿੱਚ ਇਹ 8ਵਾਂ ਸ਼ਬਦ ਹੈ। ਤਾਂ ਜੇ ਇਹ 8ਵਾਂ ਹੈ ਤੇ ਇਸ ਤੋਂ ਪਹਿਲੇ ਵਾਲਾ ਭਗਤ ਪਰਮਾਨੰਦ ਜੀ ਦਾ 6ਵਾਂ ਸੀ, ਤੇ ਜਿਹੜੀ ਵਿਚਕਾਰਲੀ ਇੱਕ ਪੰਕਤੀ ਹੈ ਉਹ 7ਵਾਂ ਸ਼ਬਦ ਹੈ। ਇਹ ਛਾੜ ਮਨ ਹਰ ਬਿਮਖਨ ਕੋ ਸੰਗ, ਇਹ ਇੱਕ ਲਾਈਨ ਨੂੰ ਪੂਰਾ ਸ਼ਬਦ ਮੰਨਿਆ ਗਿਆ ਹੈ। ਰਾਜ ਸਿੰਘ ਜੀ ਅੱਗੇ ਚਲੋ। ਹਾਂਜੀ, तो जिस तरह ਵੀਰ MP ਸਿੰਘ ਜੀ ਨੇ ਦੱਸਿਆ ਬਈ ਇਹ ਇੱਕ ਤੁਕ ਹੀ ਹੈ, ਤੇ ਉਹਨਾਂ ਨੇ ਸ਼ਬਦਾਂ ਦੀ ਜਿਹੜੀ ਚਾਲ ਹੈ, ਜਿਹੜੀ ਗਿਣਤੀ ਪਿੱਛੇ ਦਿੱਤੀ ਹੈ, ਉਹ ਵੀ ਕਰਕੇ ਦੱਸਿਆ ਕਿ ਬਕਾਇਦਾ ਇਹ ਸ਼ਬਦ ਨੰਬਰ ਜਿਹੜਾ ਅਗਲਾ 8ਵਾਂ, ਪਿਛਲਾ 6ਵਾਂ ਤੇ 7ਵਾਂ ਸ਼ਬਦ। तो ਇਹ ਇੱਕ ਤੁਕ ਦਾ ਹੀ ਸ਼ਬਦ ਹੈ। क्षमा करनी। तो ਇਹ ਸਵਾਲ ਆਇਆ ਸੀ ਸਰ ਜਗਦੇਵ ਸਿੰਘ ਜੀ ਵੱਲੋਂ, तो ਉਹਨਾਂ ਨੇ हैंड भी रेज किया है। तो मैं बेनती करता भी अगर कोई गल उन्होंने पुछनी तो कर लें। सर जगदेव सिंह जी अनम्यूट कर लो। ਵੀਰ ਜੀ ਕੁਐਸਚਨ ਬਾਅਦ ਚ ਲੈਣਾ ਉਹਨਾਂ ਕੋਲੋਂ, ਕਿਉਂਕਿ ਉਸ ਵਿੱਚ ਮਿਲਣਾ ਨਹੀਂ ਹੈ। ਚਲੋ ਅਨਮਿਊਟ ਤਾਂ ਕਰ ਲਿਆ ਉਹਨਾਂ ਨੇ, ਜਗਦੇਵ ਸਿੰਘ ਜੀ ਨੇ ਵੈਸੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ सर, शब्द तो जरूर 7वां है, हाँ जी, लेकिन सवाल यही है कि पूरा शब्द क्यों नहीं आया। थोड़ा जा इस विचार करने की जरूरत है। दूसरी चीज इस कोई शक नहीं, सूरदास जी का शब्द है, ये भी है, लेकिन भाई मैनू जिथे तक मैं भी थोड़ी जी खोज की सी, मैनू पता लग्या है भाई बन्नो जी की जी बीड़ है, उन्होंने पूरा शब्द अंकित है। ਤੇ ਉਹ ਮੈਨੂੰ ਤੇ ਕਿਤੋਂ ਪ੍ਰਾਪਤ ਹੋ ਨਹੀਂ ਸਕੀ। ਜੇ ਤੁਹਾਡੇ ਕਿਸੇ ਕੋਲ ਸੱਜਣ ਕੋਲ ਹੈ ਤੇ ਉਹ ਪੂਰਾ ਸ਼ਬਦ ਕਿਰਪਾ ਕਰਕੇ ਜੇ ਕਰ ਦਿੱਤਾ ਜਾਵੇ,
ਦਿਖਾ ਦਿੱਤਾ ਜਾਵੇ ਤੇ ਬੜੀ ਮਿਹਰਬਾਨੀ ਹੋਵੇਗੀ। ਅੱਛਾ ਜੀ ਵੀਰ ਜਗਦੀਸ਼ ਜੀ, ਮੇਰੀ ਬੇਨਤੀ ਹੈ ਕਿ ਜਿਹੜੀ ਭਾਈ ਬੰਨੋ ਜੀ ਦੀ ਬੀੜ ਦਾ ਤੁਸੀਂ ਰੈਫਰੈਂਸ ਦਿੱਤਾ ਹੈ, ਉਹ ਮਾਨਤਾ ਜਿਹੜੀ ਹੈ ਉਹ ਸਿਰਫ ਦਮਦਮਾ ਸਾਹਿਬ ਵਾਲੀ ਬੀੜ ਨੂੰ। ਭਾਈ ਬੰਨੋ ਜੀ ਦੀ ਬੀੜ ਜਿਹੜੀ ਹੈ ਉਹਦੇ ਵਿੱਚ ਕੁਝ ਹੋਰ ਵੀ ਐਡੀਸ਼ਨਸ ਹੈਗੀਆਂ ਨੇ ਜਿਨ੍ਹਾਂ ਨੂੰ ਮੰਨਿਆ ਨਹੀਂ ਗਿਆ। ਤੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿਹੜੀ ਪ੍ਰਵਾਨਿਤ ਹੈ ਦਮਦਮਾ ਸਾਹਿਬ ਵਾਲੀ ਬੀੜ, ਜਿੱਥੋਂ ਆਪਾਂ ਪਾਠ ਕਰਦੇ ਹਾਂ, ਜਿਹਦਾ ਪ੍ਰਕਾਸ਼ ਹੁੰਦਾ ਹੈ, ਉਹਦੇ ਮੁਤਾਬਕ ਜੋ ਹੈ ਉਹ ਅਸੀਂ ਉਹਨੂੰ ਮਤਲਬ ਵੀ ਲੈਣਾ ਜੀ। ਅਗਰ ਕੋਈ ਇਸ ਵਿੱਚ ਹੋਰ ਕੋਸ਼ਿਸ਼ ਕਰਾਂਗੇ, ਕੋਈ ਇਤਿਹਾਸਕ ਹਵਾਲਾ ਮਿਲ ਗਿਆ ਤੇ ਫਿਰ ਜ਼ਰੂਰ ਸਾਂਝੀ ਕਰਾਂਗੇ। ਫਿਲਹਾਲ ਮੇਰੀ ਬੇਨਤੀ ਹੈ ਸੰਗਤ ਨੂੰ, ਕਿਉਂਕਿ ਜਿਹੜੀ ਦਸਮ ਪਾਤਸ਼ਾਹ ਜੀ ਨੇ ਜਿਹੜੀ ਗੁਰਗੱਦੀ ਦਿੱਤੀ ਹੈ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਦਮਦਮੀ ਬੀੜ ਹੈ ਉਹ ਪ੍ਰਵਾਨਿਤ ਬੀੜ ਹੈ ਜਿਹੜੀ ਸਿੱਖ ਪੰਥ ਵੱਲੋਂ, ਔਰ ਉਹਦਾ ਹੀ ਪ੍ਰਕਾਸ਼ ਹੁੰਦਾ। ਤੋ ਉਹਦੇ ਵਿੱਚ ਕਿਉਂਕਿ ਇਹ ਹੈਗਾ ਤੇ ਇਸ ਕਰਕੇ ਅਸੀਂ ਇਸੇ ਨੂੰ ਹੀ ਮੰਨਣਾ ਹੈਗਾ। ਮੈਂ ਦੁਬਾਰਾ ਬੇਨਤੀ ਕਰ ਰਿਹਾ ਵੀ ਜਿਹੜੀ ਭਾਈ ਬੰਨੋ ਜੀ ਵਾਲੀ ਬੀੜ ਹੈ ਉਹਦੇ ਬਾਰੇ ਕੁਝ ਇੱਕ ਹੋਰ ਵੀ ਕਿੰਤੂ ਪਰੰਤੂ ਹੈਗੇ ਨੇ, ਜਿਸ ਕਰਕੇ ਉਹਨੂੰ ਸਿੱਖ ਪੰਥ ਨੇ ਪ੍ਰਵਾਨ ਨਹੀਂ ਕੀਤਾ। ਧੰਨਵਾਦ। ਇਹ ਤਾਂ ਆਪਣੇ ਆਦਿ ਗ੍ਰੰਥ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਇਹ ਗ੍ਰੰਥ ਸਾਹਿਬ ਨੂੰ ਗੁਰਗੱਤਾ ਦਿੱਤੀ ਹੈ, ਇਹ ਤਾਂ ਇੱਕ ਲਾਈਨ ਜਿਹੜੀ ਆ ਉਸੇ ਵਿੱਚ ਐਡ ਹੈ ਨਾ, ਇਹ ਤਾਂ ਅਸੀਂ ਪਾਠ ਕਰਦੇ ਹਾਂ ਉਸਦਾ। ਹਾਂਜੀ, ਛਾੜ ਮਨ ਹਰ ਬਿਕਮਨ ਕੋ ਸੰਗ। ਹਾਂਜੀ, ਮੇਰੀ ਬੇਨਤੀ ਹੈ ਜਿਹੜੀ ਗੱਲ ਤੁਸੀਂ ਕਹੀ ਹੈ ਉਹਦੇ ਬਾਰੇ ਹੋਰ ਖੋਜ ਕਰਾਂਗੇ ਜੀ। ਜਾਣਕਾਰੀ ਵਾਸਤੇ ਇਹ ਨਹੀਂ ਕਿ ਅਸੀਂ ਉਹਦਾ ਪਾਠ ਕਰਨਾ ਹੈ, ਆਪਣੀ ਜਾਣਕਾਰੀ ਵਾਸਤੇ ਜੇ ਪੂਰਾ ਸ਼ਬਦ ਮਿਲ ਜਾਏ ਤਾਂ ਬੜੀ ਮਿਹਰਬਾਨੀ ਹੋਵੇਗੀ। ਮੈਂ ਇਹੀ ਬੇਨਤੀ ਕੀਤੀ ਹੈ ਵੀ ਕੋਸ਼ਿਸ਼ ਕੀਤੀ ਜਾਏਗੀ ਹੋਰ ਵਿਦਵਾਨਾਂ ਨਾਲ ਕੰਸਲਟ ਕਰਕੇ, ਜੇ ਕੋਈ ਲੱਭਿਆ ਤੇ ਆਪ ਜੀ ਨਾਲ ਆਪਾਂ ਸਾਂਝੀ ਕਰਾਂ। ਧੰਨਵਾਦ, ਮਿਹਰਬਾਨੀ ਜੀ, ਬਹੁਤ ਬਹੁਤ। तो साथ संगत जी, एक अगला शब्द ਜਿਹੜਾ ਹੈ ਉਹ ਇਸ ਵਾਰੀ ਅਗਲਾ ਸਵਾਲ ਜਿਹੜਾ ਹੈ ਉਹ ਸਿਮਰਨ ਕੌਰ ਜੀ ਨੇ ਪੁੱਛਿਆ ਕਿ ਅਣਖ ਨਾਲ ਜਿਉਣਾ ਕੀ ਹੈ। ਸਵਾਲ ਹੈ ਅਣਖ ਨਾਲ ਜਿਉਣਾ ਕੀ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਹਦੇ ਤੇ ਚਾਨਣਾ ਪਾਉਣ ਜੀ। ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਣਖ ਨੂੰ ਅਸੀਂ ਸਮਰਾਈਜ਼ ਕਰਨਾ ਹੋਵੇ ਤਾਂ ਮੈਂ ਤਾਂ ਕਹਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਿੱਖ ਮਤ ਦੀ ਨੀਂਹ ਰੱਖੀ ਹੈ ਉਹ ਅਣਖ ਦੇ ਉੱਤੇ ਰੱਖੀ ਹੈ। ਤੇ ਸਪਸ਼ਟ ਰੂਪ ਦੇ ਅੰਦਰ ਉਹਨਾਂ ਨੇ ਕਿਹਾ ਕਿ ਅਗਰ ਨਾਮ ਵੀ ਹੋਣਾ ਸਾਡਾ ਜੀਵਨ ਹੈ ਤੇ ਉਹ ਜਿਹੜਾ ਹੈ ਉਹ ਵਿਅਰਥ ਹੈ। ਸਤਿਗੁਰਾਂ ਨੇ ਇਸ ਬਾਰੇ ਸਾਨੂੰ ਮਾਝ ਦੀ ਵਾਰ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਹੈ ਉਸਦੇ 142 ਅੰਕ ਦੇ ਉੱਤੇ ਫਰਮਾਇਆ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਨਾਮ ਵੀ ਹੋਣਾ ਦੇਖਣ ਨੂੰ ਜਿਉਂਦਾ ਵੀ ਹੈ ਤਾਂ ਉਹ ਇੱਜ਼ਤ ਗਵਾ ਕੇ ਇੱਥੋਂ ਜਾਂਦਾ ਹੈ। ਸਭ ਹਰਾਮ ਜੇਤਾ ਕਿਛ ਖਾਏ, ਜੋ ਕੁਝ ਇੱਥੇ ਖਾਂਦਾ ਪੀਂਦਾ ਹੈ ਸਭ ਹਰਾਮ ਹੀ ਖਾਂਦਾ ਹੈ। ਤੋ ਅਣਖ ਭਰਿਆ ਜੀਵਨ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਸਾਨੂੰ ਇਸ ਗੱਲ ਦੇ ਉੱਪਰ ਜ਼ੋਰ ਦਿੰਦੇ ਹਨ ਕਿ ਸੋ ਜੀਵਿਆ, ਜਿਹੜਾ ਸ਼ਲੋਕ ਹੈ ਮਹਲਾ ਪਹਿਲਾ ਦਾ, ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ। ਕਿ ਉਹਦਾ ਹੀ ਜੀਵਨ ਜਿਹੜਾ ਹੈ ਉਹ ਸਾਕਾਰਤਾ ਹੈ ਜਿਸ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਇਹ ਨਾਨਕ ਹੋਰ ਕੋਈ ਜੀਵਿਆ ਜਿਹੜਾ ਹੈ ਉਹ ਕੋਈ ਜੀਵਨ ਨਹੀਂ ਹੈ। ਤੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਰਾਸ ਰੰਗ ਮਾਲ ਰੰਗ ਰੰਗ ਰਤਾ ਨਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਨ ਨਾਵੇਂ ਪਤ ਗਿਆ ਗਵਾਏ। ਤੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਸ਼ਬਦ ਵਿੱਚ ਜਿਹੜੇ ਸ਼ਲੋਕ ਬਖਸ਼ਿਸ਼ ਕੀਤੇ ਹਨ ਉਹਦੇ ਵਿੱਚ ਸਾਨੂੰ ਇਹ ਕਹਿੰਦੇ ਹਨ ਕਿ ਪੈ ਕਹੂੰ ਕੋ ਦੇਤਨੈ ਨੈ ਪੈ ਮਾਨਤ ਹਾਨ ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਵਿਅਕਤੀ ਨੂੰ ਗਿਆਨਵਾਨ ਹੀ ਨਹੀਂ ਸਮਝਦੇ ਜਿਹੜਾ ਕਿਸੇ ਨੂੰ ਡਰ ਦਿੰਦਾ ਹੈ ਜਾਂ ਕਿਸੇ ਦੇ ਡਰ ਦੇ ਵਿੱਚ ਚੜਾ ਰਹਿੰਦਾ ਹੈ। ਤੋ ਅਸੀਂ ਦੇਖੀਏ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਬਰ ਦੇ ਨਾਲ ਜਿਸ ਵੇਲੇ ਟਾਕਰਾ ਹੋਇਆ ਤਾਂ ਇਹ ਪਹਿਲੀ ਵਾਰੀ ਸੀਗਾ ਕਿ ਕੋਈ ਧਾਰਮਿਕ ਮਨੁੱਖ ਨੇ ਕਿਸੇ ਸਮੇਂ ਦੇ ਜਾਬਰ ਜਿਹੜਾ ਰਾਜਾ ਸੀ ਉਹਦੀ ਅੱਖਾਂ ਵਿੱਚ ਅੱਖਾਂ ਮਿਲਾ ਕਰਕੇ ਇਹ ਗੱਲ ਉਹਨਾਂ ਨੂੰ ਕਹੀ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗਾਏ ਦਾਨ ਵੇ ਲਾ ਲੋ। ਕਿ ਤੂੰ ਪਾਪੀ ਹੈ
ਤੇ ਤੂੰ ਪਾਪ ਦੀ ਜੰਜ ਜਿਹੜੀ ਤੇਰੀ ਫੌਜ ਹੈ, ਪਾਪ ਦੀ ਜੰਜ ਲੈ ਕਰਕੇ ਤੂੰ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਆਇਆ ਹੈ। ਤੋ ਇਹ ਇੱਕ ਬਹੁਤ ਵੱਡੀ ਅਣਖ ਦੀ ਮਿਸਾਲ ਹੈ ਕਿ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਕਰਕੇ ਕਿ ਕਿਸੇ ਦੀ ਈਨ ਨੂੰ ਨਾ ਮੰਨਣਾ, ਕਿਸੇ ਦੇ ਪ੍ਰੈਸ਼ਰ ਹੇਠਾਂ ਨਾ ਆਣਾ, ਔਰ ਆਪਣੀ ਜਿਹੜੀ ਗੱਲ ਹੈ ਉਹ ਦ੍ਰਿੜਤਾ ਦੇ ਨਾਲ ਉਸ ਦੇ ਉੱਪਰ ਕਾਇਮ ਕਰਕੇ ਔਰ ਉਹਨੂੰ ਬਾਰ-ਬਾਰ ਉਸੇ ਗੱਲ ਨੂੰ ਆਪਣੇ ਉੱਤੇ ਕਾਇਮ ਰਹਿਣਾ, ਇਹ ਇੱਕ ਅਣਖ ਦਾ ਬਹੁਤ ਵੱਡਾ ਜਿਹੜਾ ਹੈ ਉਹ ਸਾਡੇ ਸਾਹਮਣੇ ਜਿਹੜਾ ਹੈ ਪ੍ਰਮਾਣ ਆਉਂਦਾ ਹੈ। ਤੇ ਬਾਕੀ ਜਿੱਥੇ ਅਸੀਂ ਦੇਖ ਲਾਂਗੇ ਕਿ ਜਿਹੜੀ ਸਾਡੀ ਸ਼ਹੀਦਾਂ ਦੀ ਜਿਹੜੀ ਮੁੱਢ ਵਜ੍ਹਾ ਹੈ ਉਹ ਵੀ ਅਣਖ ਉੱਤੇ ਹੀ ਵਜ੍ਹਾ ਹੈ ਕਿ ਸਿੱਖ ਧਰਮ ਦੇ ਜਿਹੜੇ ਅਸੂਲ ਹਨ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਹਨ ਕਲਮਬੰਦ ਹਨ, ਜਿਹੜੇ ਉੱਥੇ ਲਿਖੇ ਹੋਏ ਹਨ, ਉਹਨਾਂ ਦੇ ਉੱਪਰ ਹਰ ਗੁਰੂ ਨੇ ਆਪਣੇ ਸਮੇਂ ਦੇ ਉੱਪਰ ਪਹਿਰਾ ਦਿੱਤਾ ਹੈ। ਔਰ ਇਸ ਬਾਣੀ ਦੇ ਉੱਪਰ ਬੜੇ ਕਿੰਤੂ ਪਰੰਤੂ ਹੋਏ ਔਰ ਇਹ ਵੀ ਕਿਹਾ ਗਿਆ ਕਿ ਇਸ ਬਾਣੀ ਦੇ ਅੰਦਰ ਫਲਾਣੇ ਦੀ ਜਿਹੜੀ ਹੈ ਉਸਤਤ ਲਿਖ ਦਿੱਤੀ ਜਾਏ, ਕਿਸੇ ਹੋਰ ਦੀ ਉਸਤਤ ਲਿਖ ਦਿੱਤੀ ਜਾਏ, ਤੇ ਕਲੈਰੀਫਿਕੇਸ਼ਨ ਵੀ ਜਿਹੜੀਆਂ ਹਨ ਉਹ ਮੰਗੀਆਂ ਗਈਆਂ ਹਨ। ਔਰ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਅੰਦਰ, ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਅੰਦਰ ਉਹ ਕਲੈਰੀਫਿਕੇਸ਼ਨ ਵੀ ਜਿਹੜੀਆਂ ਹਨ ਉਹ ਜਿਹੜੀਆਂ ਹਨ ਅਕਬਰ ਨੂੰ ਵੀ ਔਰ ਦੂਸਰੇ ਬਾਦਸ਼ਾਹਾਂ ਨੂੰ ਜਿਹੜੇ ਦਿੱਤੀਆਂ ਹਨ। ਤੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਇੱਕ ਸਰਬ ਸਾਂਝਾ ਜਿਹੜਾ ਹੈ ਉਹ ਉਪਦੇਸ਼ ਦਿੰਦਾ ਹੈ। ਔਰ ਇਹ ਕਿਹਾ ਗਿਆ ਵੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਹੈ ਇਹ ਕਿਸੇ ਖਾਸ ਵਿਅਕਤੀ ਦੀ ਉਸਤਤੀ ਵਾਸਤੇ ਨਹੀਂ ਹੈ, ਇਹ ਕੇਵਲ ਪਰਮਾਤਮਾ ਦੀ ਉਸਤਤੀ ਵਾਸਤੇ, ਪਰਮਾਤਮਾ ਦੀ ਜਿਹੜੀ ਹੈ ਉਹ ਸਿਮਰਨ ਵਾਸਤੇ, ਉਹਨੂੰ ਆਪਣੇ ਮਨ ਵਿੱਚ ਯਾਦ ਟਿਕਾਉਣ ਵਾਸਤੇ ਇੱਕ ਸੱਚਾ ਜੀਵਨ ਜਾਂਚ ਹੈ। ਤੋਂ ਦੇਖ ਗੁਰੂ ਅਰਜਨ ਦੇਵ ਪਾਤਸ਼ਾਹ, ਪੰਚਮ ਪਾਤਸ਼ਾਹ ਜੀ ਨੇ ਵੀ ਜਿਹੜੀ ਸ਼ਹਾਦਤ ਹੈ ਉਸ ਦਾ ਸਭ ਤੋਂ ਇੱਕ ਮੁੱਖ ਕਾਰਨ ਜਿਹੜਾ ਹੈ, ਅਗਰ ਅਸੀਂ ਸ਼ਹਾਦਤ ਦਾ ਮੁੱਖ ਕਾਰਨ ਨਹੀਂ ਮੰਨਾਂਗੇ ਤੇ ਸਾਨੂੰ ਉਸ ਸ਼ਹਾਦਤ ਦੀ ਇੰਪੋਰਟੈਂਸ ਨਹੀਂ ਪਤਾ ਲੱਗੇਗੀ ਕਿ ਉਹ ਸ਼ਹਾਦਤ ਕਿੰਨੀ ਇੰਪੋਰਟੈਂਟ ਹੈ ਔਰ ਅਸੀਂ ਕਿਉਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਹਿੰਦੇ। ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪ੍ਰਿੰਸੀਪਲ, ਜਿਹੜੇ ਅਣਖ ਦੇ ਜਿਹੜੇ ਬੀਜ ਸਨ, ਜਿਹੜੇ ਗੁਰਬਾਣੀ ਦੇ ਵਿੱਚ ਅੰਕਿਤ ਸਨ, ਉਹਨਾਂ ਬੀਜਾਂ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਹੈ ਉਸ ਸਮੇਂ ਦੀ ਸਰਕਾਰ ਨੇ ਔਰ ਉਹਨਾਂ ਨਾਲ ਮਿਲੇ ਜਿਹੜੇ ਹੱਥ ਟੋਕੇ ਸਨ, ਉਹਨਾਂ ਨੂੰ ਇਸ ਗੱਲ ਤੋਂ ਬੜਾ ਭੈ ਲੱਗਦਾ ਸੀਗਾ ਕਿ ਅਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਸਰਬ ਪ੍ਰਮਾਣਿਤ ਹੋ ਗਈ, ਸਾਰੇ ਗੁਰੂ ਘਰ ਦੇ ਅੰਦਰ ਈਨ ਮੰਨਣ ਲੱਗ ਪਏ, ਗੁਰੂ ਘਰ ਦੇ ਵਿੱਚ ਜਾ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ, ਗੁਰਬਾਣੀ ਦੇ ਨਾਲ ਜੁੜ ਗਏ, ਤੇ ਫਿਰ ਜਿਹੜੇ ਸਾਡੇ ਹਲਵੇ ਮਾਂਡੇ ਜਿਹੜੇ ਚੱਲਦੇ ਹਨ ਉਹ ਖਤਮ ਹੋ ਜਾਣਗੇ। ਇਹਦੇ ਵਿੱਚ ਕਈ ਕਵੀ ਵੀ ਸ਼ਾਮਲ ਸਨ, ਇਹਦੇ ਅੰਦਰ ਕਈ ਅਹਿਲਕਾਰ ਵੀ ਸ਼ਾਮਲ ਸਨ ਔਰ ਕਈ ਮੰਤਰੀ ਵੀ ਸ਼ਾਮਲ ਸਨ ਔਰ ਰਾਜਾ ਤਾਂ ਹੈ ਸੀ, ਉਹਦੇ ਕੰਨ ਭਰ ਕੇ ਇਹ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ ਜਿਹੜਾ ਇਹ ਕੀਤਾ ਗਿਆ। ਤੇ ਉਹਦਾ ਸ਼ਹੀਦੀ ਦਾ ਮੁੱਖ ਕਾਰਨ ਇਹ ਸੀਗਾ ਕਿ ਸਿੱਖੀ ਦਾ ਕੇਂਦਰ ਸਥਾਪਿਤ ਕਰਨਾ ਔਰ ਫਿਰ ਇਹ ਜੋ ਗੁਰੂ ਗ੍ਰੰਥ ਸਾਹਿਬ ਰੂਪੀ ਜੋ ਕਲਯੁਗ ਦਾ ਜਹਾਜ਼ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਵੀ ਕਿਹਾ ਗਿਆ ਕਲਯੁਗ ਜਹਾਜ਼ ਅਰਜੁਨ ਗੁਰੂ, ਤੇ ਇਹ ਜੋ ਕਲਯੁਗ ਦਾ ਜਿਹੜਾ ਜਹਾਜ਼ ਹੈ ਸਮੁੰਦਰ ਪਾਰ ਕਰਨ ਲੱਗਾ, ਸੰਸਾਰ ਸਮੁੰਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਹਨਾਂ ਨੂੰ ਬਹੁਤ ਖੁੰਦਕ ਸੀਗੀ ਕਿ ਇਹ ਜਿਹੜੇ ਸੱਚੇ ਅਸੂਲ ਹਨ, ਇੱਕ ਪਰਮਾਤਮਾ ਦਾ ਏਕ ਓਂਕਾਰ ਦੀ ਉਪਾਸਨਾ ਦੱਸਣਾ, ਫਿਰ ਉਸ ਜਿਹੜੇ ਮੂਰਤੀ ਪੂਜਾ ਦੇ ਖਿਲਾਫ ਜਿਹੜਾ ਪ੍ਰਚਾਰ ਕਰਨਾ, ਤੋਂ ਇਹ ਗੱਲਾਂ ਜਿਹੜੀਆਂ ਸਨ ਉਹਨਾਂ ਨੂੰ ਨਾ ਸਹਾਈ ਹੋਈਆਂ। ਤੇ ਇਹ ਗੱਲਾਂ ਹੀ ਜਿਹੜੀਆਂ ਸਨ ਉਹ ਸਿੱਖੀ ਦੇ ਵਿੱਚ ਅਣਖ ਦੀਆਂ ਗੱਲਾਂ ਹਨ। ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਬਾਣੀ ਹੈ ਉਹ ਅਣਖੀ ਬਾਣੀ ਹੈ। ਤੋਂ ਉਸ ਅਣਖ ਦੇ ਉੱਪਰ ਪਹਿਰਾ ਦਿੰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਨਹੀਂ ਮੰਨੀ ਤੇ ਉਹਨਾਂ ਨੇ ਆਪਣੀ ਜਿਹੜੀ ਹੈ ਸ਼ਹਾਦਤ ਦੇ ਦਿੱਤੀ। ਤੇ ਇਸੇ ਪ੍ਰਕਾਰ ਹੀ ਅਸੀਂ ਦੇਖਦੇ ਹਾਂ ਕਿ ਬਾਕੀ ਜਿਹੜੇ 6ਵੇਂ ਪਾਤਸ਼ਾਹ ਹਨ ਉਹਨਾਂ ਨੇ ਵੀ ਮੀਰ ਪੀਰੀ ਦਾ ਸਿਧਾਂਤ ਕਾਇਮ ਕੀਤਾ ਕਿ ਅਸੀਂ ਮੀਰ ਪੀਰੀ ਦੇ ਸਿਧਾਂਤ ਨੂੰ ਅਮਲ ਆਪਣੀ ਕਿਸੇ ਦੀ ਈਨ ਨਹੀਂ ਮੰਨੀ। ਤੇ ਤੱਕ ਵੀ ਜਿਹੜੇ ਹੁਕਮਨਾਮੇ ਉਸ ਵੇਲੇ ਜਹਾਂਗੀਰ ਨੇ ਜਾਰੀ ਕੀਤੇ, ਉਹਨਾਂ ਹੁਕਮਨਾਮਾ ਦੇ ਉੱਪਰ ਵੀ ਅਗੇਂਸਟ ਚੱਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਭ ਤੋਂ ਉੱਚਾ ਜਿਹੜਾ ਹੈ ਥੜਾ ਬਣਾਇਆ, ਇੱਕ ਪੌਂਟਿਫ ਬਣਾਇਆ, ਸਿੱਖ ਪੌਂਟਿਫ ਬਣਾਇਆ, ਸਿੱਖ ਪੋਲਿਟਿਕਸ ਦਾ ਕੇਂਦਰ ਬਣਾਇਆ। ਤੇ ਉੱਥੇ ਆਪ ਇੱਕ ਮਹਾਰਾਜੇ ਵਾਂਗਨ ਜਿਹੜਾ ਹੈ ਸਾਰੇ ਹੀ ਜਿਹੜੇ ਹਨ ਉਹ ਸ਼ਸਤਰ ਬਸਤਰ ਧਾਰਨ ਕੀਤੇ ਔਰ ਉਸ ਤਰ੍ਹਾਂ ਹੀ ਉਹਨਾਂ ਨੇ ਛਤਰ ਲਗਾਇਆ, ਉਸ ਤਰ੍ਹਾਂ ਹੀ ਸਿੰਘਾਸਨ ਜਿਹੜਾ ਹੈ ਲਗਾਇਆ, ਚੌਰ ਜਿਹੜੇ ਹਨ ਝੁਲਨੇ ਸ਼ੁਰੂ ਹੋਏ। तो ये सारी चीज़ां, घोड़े शस्त्र, सब चीज़ां रखने शुरू हो गए। तो इस नाल सानू ये पता लगता है कि हर एक गुरु ने जड़ा है वो इस दे उपर पहरा दिता है कि अणख नाल जीना जड़ा है वो किसी दी ईन नहीं मन्नी। तो इस तो बाद भी बाकी जड़े गुरु साहब हैं उन्हां सारियां ने ही ईवन जड़े 2200 घोड़ सवार जड़े गुरु हरगोबिंद साहब तो बाद जड़े गुरु तेग बहादुर साहब, गुरु हरराय साहब को सन, गुरु हरकृष्ण पातशाह को सन, वही गुरु तेग बहादुर साहब को ही सन।
तो ये सब ਜਿਹੜੇ ਹਨ ਮਤਲਬ ਇੱਕ ਰਾਜੇ ਦੇ ਹੁੰਦਿਆਂ ਹੋਇਆ ਮਤਲਬ ਗਵਰਨਮੈਂਟ ਦੇ ਹੁੰਦਿਆਂ ਹੋਇਆ ਇੱਕ ਪੈਰਲਲ ਗਵਰਨਮੈਂਟ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਆਪਣੇ ਸਮੇਂ ਅੰਦਰ ਨਿਭਾਈ ਹੈ। तो ये एक अनख का बहुत बड़ा प्रतीक सीगा कि असी किसी की ईन नहीं मनी ते भावें एक साडा प्रिंसिपल है कि असी किसी के ऊपर जा करके हमला नहीं करते, लेकिन जे कोई हमला करता है तो फिर उन्होंने खाली जान भी नहीं देंगे। तो ये एक अनखी जीवन जड़ा है वो सिख सिद्धांत जड़ा है साडे कोल है। गुरु तेग बहादुर साहब ने भी यही गल कही है, जिहड़ी गल आपां हुणे देखिया कि भै काहू को देत न पैमानत आन कहो नानक सुन रहे मना ज्ञानी ताहे बुखान। तो इन्हां तुकां नूं उचारन वाले इस बाणी का उपदेश देने वाले गुरु तेग बहादुर साहब ने मान होंदियां होया भी उस नूं इस्तेमाल नहीं किया, तान होंदियां होया भी उस नूं इस्तेमाल नहीं किया। एक बहुत बड़े सूरबीर योद्धा होने के बावजूद भी उन्होंने जो ये मौका आ गया कि सबर और जबर का टाकरा हो रहा तो उन्होंने सबर के नाल टाकरा किया, लेकिन उसकी ईन नहीं मनी। मैं तो गल कहां कि इस तो बाद गुरु तेग बहादुर साहब के बाद फिर गुरु गोबिंद सिंह महाराज जी ने जिवें खालसा पंथ की साजना की और खालसा पंथ की साजना करके किस तरह उन्होंने अपने बच्चों नूं और सिखां नूं प्रभावित किया, उन्होंने इस योग बनाया कि वो वैरी दियां अखां दे विच अखां पा करके जड़े है उन्होंने चैलेंज किया उन्होंने। और वो जड़े बड़े बड़े जड़े खब्बी खान अपने आप को कहते सन उन्होंने भी धूल चटाई उन्होंने, और हाथी दे उत्ते चढ़ चढ़ के उन्होंने उनके पूछ तो पिछों चढ़ के भी उन्होंने मारिया और नागणिया दे नाल किवें उन्होंने पहाड़ी राजा का मुकाबला किया। तो असी ये देखते हैं फिर छोटे साहिबजादे, मैं इत्थे एक शेर सुनाना चाहना वा कि मैं अणख लभन लई तुरिया सी किधरे ना मिली बाजारां चों, मैं अणख लभन लई तुरिया सी किधरे ना मिली बाजारां चों, एक दिन मैं सरहंद पहुंचया मैनू मिल गई अणख दीवारां चों। तो वो छोटे साहिबजादियां दी जिहड़ी शहादत दी और चमकौर साहब की घड़ी है। और जिन्हें भी सिख हैं किसी भी सिख का इतिहास के अंदर जिक्र नहीं होता कि उन्होंने किसी ने भी ईन मनी होवे, अपना धर्म छड्या होवे और दूसरे अपना धर्म त्याग करके किसी दूजे धर्म नूं अख्तियार किया होवे। तो ये सारा सागा जड़ा है ये जो सिख इतिहास है शुरू गुरु नानक पातशाह तो लैके हुण तक ये चलता आ रहा है कि जिन्हें भी कल्लूकारे हुए प्रेजेंट डे तक वो सारे ही साडे अणखी जीवन का जड़ा है वो जिंदा जागदी जड़ा मिसाल हैं। वाहिगुरू जी का खालसा वाहिगुरू जी की फतेह। बहुत सुंदर तरीके नाल तजिंदर सिंह जी तुसीं दस्सिआ, जिथे आप जी का धन्नवाद है उत्थे तुसीं इस सवाल नूं बहुत क्लीयर करके बड़ा कुछ होर सानूं दस्सदा है। साथ मैं बेनती करदे हां कि होर भी कौमां जिहड़ियां ने उन्हां च अणख की गल हुंदी होएगी, पर सिख मत विच जिहड़ी है वो अणख केवल अपनी अणख लई नहीं, जेकर किसी की दूसरे की अणख नूं विगाड़िया गया या कोई दीन मजलूम बन के सिख पंथ की शरण विच आया तो साडे इतिहास विच बड़ियां इहो जिहियां गवाहियां मिलदियां ने कि उस वेले सिख सूरबीरां ने जाके उहदे मुकाबला किया और जिहड़ा मजलूम बन के आया उहदी रखिया कीती है, उहनूं उहदा राइट्स दवाए ने। ये सारी एक अणख है, मतलब अपने लिए अणख तो होएगी पर सानूं गुरु नानक साहब के मत में जिहड़ी सिखाई है कि किसी की अणख में कोई हथ ना पावे। और जिहड़ी पंज ककारां विच साडी श्री साहब शामिल कीती है वो इस गल का एक सबूत हैगी है कि तुसीं इहनूं अपनी जिथे भी कोई धक्का हुंदा है उहदे लई तुसीं इहनूं यूज करना। तो जिथे आप जी का धन्नवाद है साध संगत जी, उत्थे मैं बेनती करा कि जिहड़े जिहड़े भी सवाल रह गए ने वो आपां अगले हफ्ते कोशिश करांगे प्रायोरिटी ते लवांगे, क्योंकि हुण समा हो गया। तो मैं बेनती कर रहा वीर हरजीत सिंह जी नूं भी वो कृपा करके अपना अगला प्रोग्राम दसणगे जी। वाहिगुरू जी का खालसा वाहिगुरू जी की फतेह।